ਸੋ ਟਾਨੀ ਟਿਕਿਆਣਾ ਜੀ, ਸ਼ੁਰੂਆਤ ਆਪਾਂ ਜਿਹੜੀ ਉਹ ਕਰਦੇ ਆ EOIR ਨੂੰ ਜਿਹੜਾ ਉਹ ਲੈ ਕੇ ਇਮੀਗ੍ਰੇਸ਼ਨ ਦੇ ਵਿੱਚ ਇਹ ਅਕਸਰ ਰੌਲਾ ਪੈਂਦਾ ਰਹਿੰਦਾ, ਫ੍ਰਿਵਲਸ ਅਸਾਈਲਮ ਦਾ ਅਪਲਾਈ ਕਰਨ ਦਾ, ਉਹ ਸਾਰੀਆਂ ਚੀਜ਼ਾਂ। ਪਿਛਲੀ ਵਾਰ ਵੀ EOIR ਦਾ ਜਿਹੜਾ ਇੱਕ ਮੈਮੋ ਸੀਗਾ, ਉਸਨੇ PD ਨੂੰ ਲੈ ਕੇ ਕੀ ਜਿਹੜੇ ਐਗਜ਼ੈਕਟਿਵ ਆਰਡਰ ਤੋਂ ਬਾਅਦ ਚੇਂਜਿਸ ਆ ਰਹੇ ਆ, ਕੋਰਟ ਦੇ ਕਿੱਦਾਂ ਉਹਦਾ ਰਵੱਈਆ ਬਦਲਣਾ ਹੈ ਜਾਂ ਕਿੱਦਾਂ ਕੋਰਟ ਦੇ ਵਿੱਚ ਚੇਂਜਿਸ ਆਉਣੇ ਆ, ਉਹ ਮੈਮੋ ਨੇ ਕਾਫੀ ਕੁਛ ਹੁਣ ਚੇਂਜ ਜਿਹੜਾ ਉਹ ਕੀਤਾ ਆ। ਸੋ ਹੁਣ EOIR ਦਾ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਆ, ਇਹ ਹੈ ਕੀ ਆ? ਇਹ ਕੀ ਪਹਿਲਾਂ ਤੋਂ ਚੱਲਦਾ ਆ ਰਿਹਾ ਸੀ, ਇਨਫੋਰਸ ਜ਼ਿਆਦਾ ਹੋਣ ਲੱਗਾ ਹੈ, ਜਾਂ ਇਹ ਕੁਝ ਨਵੀਂ ਚੀਜ਼ ਆਈ ਹੈ? EOIR ਦਾ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਦੇ ਬਾਰੇ ਥੋੜਾ ਦੱਸੋ ਜੀ। ਸੋ ਇਹ ਕਾਫੀ ਇੰਪੋਰਟੈਂਟ ਜਿਹੜੀ ਖਬਰ ਆ, ਠੀਕ ਹੈ। ਹੁਣ ਕੀ ਚੀਜ਼ ਆ ਕਿ ਇਹ ਖਬਰ ਤੁਹਾਡੇ ਤੱਕ ਪਹੁੰਚਦੀ ਨਹੀਂ, ਕਿਉਂਕਿ ਇਹ ਜਿਹੜੇ ਮੈਮੋ ਜਿਹੜੇ ਹੁੰਦੇ ਆ ਜੱਜਾਂ ਦੇ ਲਈ ਹੁੰਦੇ ਆ ਤੇ ਵਕੀਲਾਂ ਦੇ ਲਈ ਹੁੰਦੇ ਆ। ਤੇ ਬੇਸਿਕਲੀ ਮੈਮੋ ਕੀ ਹੈਗਾ ਕਿ ਇਹ ਹਦਾਇਤ ਦੇ ਰਹੇ ਆ ਟਰੰਪ ਸਾਹਿਬ ਕਿ ਕਿੱਦਾਂ ਤੁਸੀਂ ਅੱਗੇ ਕਾਰਵਾਈਆਂ ਜਿਹੜੀਆਂ ਕਰਨੀਆਂ। ਸੋ ਖਬਰ ਇੰਪੋਰਟੈਂਟ ਇਸ ਕਰਕੇ ਆ ਕਿਉਂਕਿ ਐਜ਼ ਅ ਲਾਇਰ ਸਾਨੂੰ ਵੀ ਉਹੀ ਚੈਲੰਜਸ ਆਉਂਦੇ ਆ ਜਿਹੜੇ ਆਪਾਂ ਗੱਲ ਵੀ ਕਈ ਵਾਰੀ ਕੀਤੀ ਆ। ਕੋਰਟ ਸਿਸਟਮ ਦੇ ਵਿੱਚ ਵੀ ਆਪਾਂ ਉਹੀ ਚੈਲੰਜ ਦੇਖਦੇ ਹਾਂ, ਲੋਕਾਂ ਦੇ ਰਵੱਈਏ ਦੇ ਵਿੱਚ ਵੀ ਉਹੀ ਚੈਲੰਜ ਜਿਹੜੇ ਦੇਖਦੇ ਸੀਗੇ। ਹੁਣ ਗੱਲ ਸਿਰਫ ਇੰਨੀ ਸੀਗੀ ਕਿ ਉਹ ਲੋਕਾਂ ਦਾ ਰਵੱਈਆ ਸਹੀ ਕਿੱਦਾਂ ਹੋਊਗਾ, ਠੀਕ ਹੈ। ਉਹ ਇੱਕ ਜੱਦੋਜਹਿਦ ਜੀ ਚੱਲ ਪੈਣੀ ਲੋਕਾਂ ਨਾਲ। ਲੋਕਾਂ ਨੇ ਕਹਿਣਾ ਲੈ ਯਾਰ ਇਹ ਵਕੀਲ ਸਹੀ ਨਹੀਂ, ਮੈਂ ਦੂਜੇ ਵਾਲਾ ਚੱਲ ਜਾਵਾਂ, ਪੈਕੇਜ ਵਾਲੇ ਵਕੀਲ ਫੜ ਲਵਾਂ, ਹਨਾ। ਸੋ ਆਪਾਂ ਤਾਂ ਦੇਖੋ ਓਪਨਲੀ ਗੱਲ ਜਿਹੜੀ ਕਰੀ ਦੀ ਸੀਗੀ ਕਿ ਯਾਰ ਇਹ ਸਿਸਟਮ ਦੇ ਵਿੱਚ ਅਬਿਊਜ਼ ਬੜੇ ਜ਼ਿਆਦਾ ਹੈਗੇ ਆ। ਉਹਨੂੰ ਹੁਣ ਜਿਹੜੇ ਕੋਰਟ ਵੀ ਦੇਖਦੇ ਆ, ਜੱਜ ਵੀ ਜਿਹੜੇ ਦੇਖਦੇ ਆ, ਸਰਕਾਰੀ ਵਕੀਲ ਵੀ ਬੜੇ ਪਰੇਸ਼ਾਨ ਆ ਕਿ ਸਾਡੇ ਹੱਥ ਜਿਹੜੇ ਬੰਨੇ ਹੋਏ ਸੀਗੇ ਜੀ, ਉਹ ਵੀ ਕਹਿੰਦੇ ਹੈਗੇ ਕਿ ਇੱਕ ਵਾਰੀ ਖੋਲ ਕੇ ਦੱਸੋ ਸਾਡੇ ਹੱਥ, ਫੇਰ ਦੱਸਾਂਗੇ ਸਾਰਿਆਂ ਨੂੰ। ਤੇ ਹੁਣ ਉਹ ਚੀਜ਼ ਆ ਕਿ ਜਿਹੜਾ ਮੈਮੋ ਨਾ ਤੁਹਾਡੇ ਮੂਹਰੇ ਹੁਣ ਡਿਸਕਸ ਕਰਦੇ ਆ। ਤੇ ਕੀ ਸੀਗਾ ਕਿ ਹੁਣ ਆਉਣ ਵਾਲੇ ਪੀਰੀਅਡ 'ਚ ਕੀ ਹੋਣਾ ਕਿ ਜਿਹੜੇ ਰੌਲਾ ਪਾਉਣ ਵਾਲੇ ਬੰਦੇ ਆ ਉਹ ਡਿਸਪੀਅਰ ਹੋ ਜਾਣੇ ਆ। ਠੀਕ ਆ। ਜਿੱਦਾਂ ਮੈਂ ਕਿਹਾ ਬਾਰਡਰ ਬੰਦ ਜਦੋਂ ਹੋ ਜਾਂਦਾ ਵਾ ਤੇ ਫੇਰ ਕੋਈ ਗਾਣਾ ਨਹੀਂ ਵੱਜ ਸਕਦਾ ਕਿ ਰੋਕ ਨਾ ਸਕੇ ਟਰੰਪ। ਸਭ ਰੋਕ ਦਿੰਦੇ ਆ, ਸਭ ਕੁਝ ਰੁਕ ਜਾਂਦਾ ਵਾ, ਠੀਕ ਆ। ਸੋ EOIR ਦਾ ਐਂਟੀ ਫਰਾਡ ਪ੍ਰੋਗਰਾਮ ਜਿਹੜਾ ਉਹਨਾਂ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਦਿੱਤੀ ਹੈ, ਠੀਕ ਹੈ। ਸੋ ਡਾਇਰੈਕਟਲੀ ਤੁਹਾਨੂੰ ਜਿਹੜਾ ਟਰੰਪ ਸਾਹਿਬ ਨੇ ਕੀ ਕਿਹਾ ਆਪਣੇ ਜਿਹੜੇ ਸਰਕਾਰੀ ਵਕੀਲਾਂ ਨੂੰ, ਜੱਜਾਂ ਨੂੰ, ਉਹ ਤੁਹਾਨੂੰ ਪੜ੍ਹਨ ਜਾ ਰਹੇ ਆ। ਸੋ ਬੇਸਿਕਲੀ ਮੈਮੋ ਕੀ ਹੈਗਾ ਕਿ ਸ਼ੁਰੂ ਹੀ ਬੜੇ ਕੌੜੇ ਸ਼ਬਦਾਂ ਨਾਲ ਹੁੰਦਾ, ਕਹਿੰਦਾ ਕਿ ਜਿਹੜਾ ਇਮੀਗ੍ਰੇਸ਼ਨ ਫਰਾਡ ਆ, ਸਪੈਸ਼ਲੀ ਜਿਹੜਾ ਅਸਾਈਲਮ ਦਾ ਫਰਾਡ ਆ, ਇਹ ਸਾਰਾ ਜਿਹੜਾ ਆਪਣਾ ਇਮੀਗ੍ਰੇਸ਼ਨ ਦੇ ਸਿਸਟਮ ਨੂੰ ਜਿਹੜਾ ਕੰਪਰੋਮਾਈਜ਼ ਕਰਦਾ ਹੈਗਾ। ਤੇ ਲੋਕਾਂ ਨੇ ਇੱਕ ਫਰੰਟ ਬਣਾਇਆ ਹੋਇਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਮਗਲਰ ਹੈਗੇ ਆ, KOT ਹੈਗੇ ਆ, ਏਜੰਟ ਹੈਗੇ ਆ, ਉਹ ਲੋਕਾਂ ਨੂੰ ਬਾਰਡਰ ਜਿਹੜੇ ਟਪਾਉਂਦੇ ਆ। ਅੱਗੋਂ ਦੀ ਜਿਹੜੇ ਸਪੈਸ਼ਲੀ ਨੋਟੈਰੀਓ ਫਰਾਡ ਜਿਹੜਾ ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਨੋਟੈਰੀਓ ਵਗੈਰਾ ਜਿਹੜੇ ਵਿੱਚ ਮਿਡਲਮੈਨ ਜਿਹੜੇ ਹੁੰਦੇ ਆ, ਕਹਾਣੀਕਾਰ ਜਿਹੜੇ ਹੁੰਦੇ ਆ, ਪੈਰਾਲੀਗਲ ਜਿਹੜੇ ਹੁੰਦੇ ਆ, ਉਹਨਾਂ ਨੇ ਇਹਦੀ ਇੰਟੈਗ੍ਰਿਟੀ ਜਿਹੜੀ ਹੈਗੀ ਕਾਫੀ ਕੰਪਰੋਮਾਈਜ਼ ਜਿਹੜੀ ਸਿਸਟਮ ਦੀ ਕੀਤੀ ਆ। ਉਹ ਕਹਿੰਦੇ ਆ ਕਿ ਜਿਹੜਾ ਸਾਰਾ ਅਸਾਈਲਮ ਫਰਾਡ ਹੈਗਾ, ਇਹ ਜਿਹੜਾ EOIR ਐਗਜ਼ੈਕਟਿਵ ਆਫਿਸ ਆਫ ਇਮੀਗ੍ਰੇਸ਼ਨ ਰਿਵਿਊ, ਉਹਨੂੰ ਇਹ ਬਹੁਤ ਕਮਜ਼ੋਰ ਕਰਦਾ। ਕਿਉਂ ਕਮਜ਼ੋਰ ਕਰਦਾ? ਕਿਉਂਕਿ ਇਹਦੇ ਵਿੱਚ ਲੋ ਰਿਸਕ ਤੇ ਹਾਈ ਰਿਵਾਰਡ ਹੈ ਨਾ। ਕਿ ਲੋ ਰਿਸਕ ਮਤਲਬ ਕਿ ਜਿਹਨੇ ਫਾਈਲ ਕੀਤਾ 15,000 10-15,000 ਉਹਦਾ ਬੰਦੇ ਦਾ ਖਰਚਾ ਜੋ ਵੀ ਆਉਣ ਵਾਲਾ, ਕਿ ਲੋ ਰਿਸਕ ਤੇ ਹਾਈ ਰਿਵਾਰਡ ਕਿ ਬੰਦੇ ਦਾ ਗ੍ਰੀਨ ਕਾਰਡ। ਉਹ ਕਹਿੰਦੇ ਕਿ ਇਹ ਜਿਹੜੀ ਲੋ ਰਿਸਕ ਹਾਈ ਰਿਵਾਰਡ ਵਾਲੀ ਜਿਹੜੀ ਅਪੀਲ ਹੈਗੀ ਨਾ, ਇਹਦੇ ਕਰਕੇ ਲੋਕੀ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਅਮਰੀਕਾ ਨੂੰ ਜਿਹੜੇ ਆਉਂਦੇ ਆ, ਬਾਰਡਰ ਵਗੈਰਾ ਜਿਹੜੇ ਕ੍ਰਾਸ ਕਰਦੇ ਆ। ਤੇ EOIR ਦਾ ਇੱਕ ਐਂਟੀ ਫਰਾਡ ਪ੍ਰੋਗਰਾਮ ਸੀਗਾ ਜਿਹਦਾ ਸੋਲ ਮਕਸਦ ਇਹੀ ਸੀਗਾ ਕਿ ਜਿਹੜਾ ਫਰਾਡ ਇਹ EOIR ਦੇ ਵਿੱਚ ਹੁੰਦਾ ਅਸਾਈਲਮ ਨੂੰ ਲੈ ਕੇ, ਇਹ ਮੈਂ ਪੜ੍ਹ ਰਿਹਾ ਉਹਨਾਂ ਦੇ ਵਿੱਚੋਂ, ਮੈਂ ਆਪਣੇ ਵੱਲੋਂ ਨਹੀਂ ਦੱਸ ਰਿਹਾ। ਜਿਹੜਾ ਉਹ ਕਹਿ ਰਿਹਾ ਕਿ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਸੀਗਾ, ਇਹ ਪਹਿਲਾਂ ਪ੍ਰੋਗਰਾਮ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ। ਇਹਦੇ ਵਿੱਚ ਉਹ ਵੇਖਦੇ ਆ ਕਿ ਇਹ ਜਿਹੜਾ ਫਰਾਡ ਪ੍ਰੋਗਰਾਮ ਸੀਗਾ, ਇਹਨਾਂ ਦੀ ਜਿਹੜੀ ਡਿਵੀਜ਼ਨ ਆ, ਉਹ ਜਿਹੜੀ ਐਪਲੀਕੇਸ਼ਨ ਆ ਕਿੱਦਾਂ, ਉਹਦੇ ਵਿੱਚ ਜਿਹੜੇ ਇਹਨਾਂ ਨੇ ਡਾਕੂਮੈਂਟ ਜਿਹੜੇ ਲਾਏ ਆ, ਉਹ ਉਹਨਾਂ ਦੇ ਵਿੱਚ ਡਾਕੂਮੈਂਟਸ ਫਰਾਡ ਤਾਂ ਨਹੀਂ ਹੈਗਾ। ਗੱਲ ਕਰ ਰਹੇ ਆ ਮੈਡੀਕਲਸ ਦੀ, ਐਫੀਡੇਵਿਟ ਦੀ। ਓਕੇ। ਤੇ ਉਹ ਕਹਿੰਦਾ ਕਿ ਇਹਦੀ ਜਿਹੜੀ 2007 ਤੋਂ ਇਹ ਸ਼ੁਰੂ ਹੋਇਆ ਸੀਗਾ ਫਰਾਡ ਪ੍ਰੋਗਰਾਮ, ਪਰ 2017 'ਚ ਹੀ ਇਹਨੂੰ ਜ਼ਿਆਦਾ ਜਿਹੜਾ ਟਰੰਪ ਸਾਹਿਬ ਨੇ ਚੱਕਿਆ ਸੀਗਾ। ਉਸ ਤੋਂ ਪਹਿਲਾਂ ਇਹਨੂੰ ਕਦੇ ਯੂਜ਼ ਨਹੀਂ ਕੀਤਾ। ਤੇ 2021 ਦੇ ਵਿੱਚ ਬਾਈਡਨ ਦੇ ਕਾਰਜਕਾਲ ਦੇ ਵਿੱਚ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਸੀਗਾ, ਉਹਨੂੰ ਆਲਮੋਸਟ ਡੀਕਮਿਸ਼ਨ ਕਰਤਾ ਕਿ ਤੁਸੀਂ ਬਾਰਡਰ ਖੁੱਲਾ ਕਰ ਦਿਓ, ਜਿਹੜਾ ਮਰਜ਼ੀ ਬੰਦਾ ਅੰਦਰ ਆ ਜਾਵੇ ਤੇ ਉਹਦਾ ਬਿਆਨ ਨਾ ਹੋਣ, ਉਹ ਸਿੱਧੇ ਬਿਨਾਂ ਬੋਲੇ ਜਿਹੜਾ ਅੰਦਰ ਆ ਜਾਵੇ, ਠੀਕ ਹੈ। ਆਪਣੇ ਜਿਹੜਾ ਕੰਪੇਅਰ ਕਰੋ, ਕੋਈ ਖੇਤ ਵਿੱਚ ਆ, ਮੈਕਸੀਕੋ ਆ ਗਏ, ਬਾਰਡਰ ਟੱਪਿਆ, ਬਿਆਨ ਨਹੀਂ ਹੋਏ, ਛੁੱਟ ਗਏ, ਠੀਕ ਆ। ਸੈਟਅਪ ਜਿਹਨੂੰ ਕਹਿੰਦੇ ਆ। ਸੋ ਕਹਿ ਰਿਹਾ ਕਿ ਇਹ ਜਿਹੜਾ ਪ੍ਰੋਗਰਾਮ ਸੀਗਾ, ਇਹਨੂੰ ਡੀਕਮਿਸ਼ਨ ਕਰਤਾ ਸਰਕਾਰ ਨੇ ਜਾਣਬੁੱਝ ਕੇ 2021 ਦੇ ਵਿੱਚ। ਤੇ ਬੜੀ ਜਿਹੜੀ
ਉਹਨਾਂ ਨੇ ਲਿਖਿਆ ਕਿ ਸ਼ਰਮਨਾਕ ਜਿਹੜੀ ਇਹ ਗੱਲ ਆ, ਉਹਨਾਂ ਨੇ ਲਿਖਿਆ ਕਿ ਇਹ ਬਹੁਤ ਡਿਸਹਾਰਟਨਿੰਗ ਆ, ਤੇ ਇਹਨੇ ਇੱਕ ਜਿਹੜਾ ਮੈਸੇਜ ਇਹ ਲੋਕਾਂ ਨੂੰ ਭੇਜਿਆ ਕਿ ਅਮਰੀਕਾ ਦੇ ਵਿੱਚ ਤੇ ਆਓ ਤੇ ਜਿਹੜੀ ਮਰਜ਼ੀ ਚੀਜ਼ ਫਾਈਲ ਕਰ ਲਵੇ, ਤੇ ਕੋਈ ਵੀ ਚੀਜ਼ ਇੰਪੋਰਟੈਂਟ ਨਹੀਂ ਆ। ਲੋਕੀ ਵੀ ਅੱਗੋਂ ਤਿੜ ਕੇ ਦੱਸਦੇ ਹੈਗੇ ਕਿ ਲੈ ਕੋਈ ਚੱਕਰ ਨਹੀਂ, ਕੁਝ ਨਹੀਂ ਹੋਣਾ। ਜਿੱਦਾਂ ਆਪਾਂ ਗਿਆ ਕਿ ਪਪੂਲਰ ਕਲਚਰ ਦੇ ਵਿੱਚ ਵੀ ਕਿ ਆਓ ਬਾਰਡਰ ਟੱਪ ਲਿਆ, ਸੈਟਅਪ ਮਿਲ ਗਿਆ, ਸੱਜਣ ਮਿੱਤਰ ਮਿਲ ਗਏ, 7 ਜਣਿਆਂ ਨਾਲ ਰਹਿ ਲਏ, ਠੀਕ ਆ। ਤੇ ਉਹ ਚੀਜ਼ ਜਿਹੜੀ ਸੀਗੀ, ਗੱਲ ਇੱਥੇ ਤੱਕ ਰਾਜਕਰਨ ਜੀ ਜਿਹੜੀ ਪਹੁੰਚ ਗਈ ਸੀ ਕਿ ਸਿਸਟਮ ਦੇ ਵਿੱਚ ਟੋਟਲ ਡਿਸਰਿਗਾਰਡ। ਜੀ ਕਿ ਜੱਜ ਸਾਹਿਬ ਦੁਖੀ ਕਿ ਯਾਰ ਇਹ ਮੈਡੀਕਲ ਲੈਟਰਾਂ ਦੇ ਵਿੱਚ ਗਲਤੀਆਂ ਲਿਖੀਆਂ ਹੋਈਆਂ ਵਾ, ਇੱਕ ਹਸਪਤਾਲ ਦੇ ਦੂਜੇ ਹਸਪਤਾਲ ਨਾਲ ਡਾਕੂਮੈਂਟ ਰਲੀ ਜਾਂਦੇ ਆ, ਇੱਕ ਚੀਜ਼ ਦੂਜੀ ਚ ਕਾਪੀ ਹੋਈ ਆ, ਇੱਕ ਬੰਦੇ ਦੇ ਜਿਹੜੀ ਚੀਜ਼ ਆ ਦੂਸਰੇ ਚ ਲਿਖੀ ਆ। ਪੰਜਾਬ ਚ ਜਿਹੜਾ ਡਾਕੂਮੈਂਟ ਬਣ ਰਿਹਾ 2 ਸਾਲ ਪਹਿਲਾਂ, ਹਰਿਆਣੇ ਚ ਜਿਹੜਾ ਡਾਕੂਮੈਂਟ ਬਣ ਰਿਹਾ ਉਹ ਡਾਕੂਮੈਂਟ ਸੇਮ ਆ, ਡਾਕਟਰ ਦੀ ਲੈਂਗੁਏਜ ਸੇਮ ਆ, ਬੰਦੇ ਤੇ ਖੁਦ ਤੇ 2 ਸਾਲਾਂ ਦੇ ਹਮਲੇ ਹੋਏ ਆ ਉਹਨਾਂ ਦੇ ਜਿਹੜੇ ਮੈਡੀਕਲ ਡਾਕੂਮੈਂਟ ਉਹਦੀ ਲੈਂਗੁਏਜ ਸੇਮ ਆ, 2 ਭਰਾਵਾਂ ਨੇ ਕੇਸ ਸਬਮਿਟ ਕੀਤਾ ਉਹਦੀ ਜਿਹੜੀ ਲੈਂਗੁਏਜ ਸੇਮ ਆ। ਏਦਾਂ ਦੇ ਜਿਹੜੇ ਮਸਲੇ ਅਪੀਲਾਂ 'ਚ ਆਪਾਂ ਨੂੰ ਬੜੇ ਵੇਖਣ ਨੂੰ ਜਿਹੜੇ ਮਿਲ ਰਹੇ ਸੀਗੇ ਕਿ ਮੈਡੀਕਲ ਡਾਕੂਮੈਂਟਸ ਦੇ ਵਿੱਚ ਫਰਾਡ। ਹਸਪਤਾਲ ਉਹੀ ਸੇਮ ਜੇ ਸੰਜੀਵਨੀ ਹਸਪਤਾਲ, ਮਮਤਾ ਹਸਪਤਾਲ, ਠੀਕ ਆ, ਉਹੀ ਜਿਹੜੇ ਬੇਸਿਕ ਜਿਹੜੇ ਸੇਮ ਜਿਹੜੇ ਹਸਪਤਾਲ ਵਾਰ-ਵਾਰ ਜਿਹੜੇ ਸਾਹਮਣੇ ਆ ਰਹੇ ਸੀਗੇ। ਤੇ ਇਹ ਜਿਹੜੇ ਮਤਲਬ ਲੈਟਰ ਦੇ ਵਿੱਚ ਜਿਹੜੇ ਡਾਕੂਮੈਂਟ ਦੇ ਵਿੱਚ ਕਈ ਵਾਰੀ ਇਹ ਜਿਹੜੇ ਸਿਗਨੇਚਰ ਸੀਗੇ ਉਹ ਜਾਲੀ, ਡਾਕਟਰਾਂ ਦੇ ਜਿਹੜੇ ਰਜਿਸਟ੍ਰੇਸ਼ਨ ਨੰਬਰ ਉਹਨਾਂ ਨੇ ਹੁਣ ਜਿੱਦਾਂ ਨੈਸ਼ਨਲ ਰਜਿਸਟਰੀ ਕਰ ਲਿਆ, ਰਜਿਸਟਰੀ ਦੇ ਵਿੱਚ ਡਾਕਟਰ ਫਾਊਂਡ ਨਹੀਂ ਹੁੰਦਾ। ਹਾਂਜੀ। ਜਦੋਂ ਜੱਜ ਸਾਹਿਬ ਕਹਿੰਦੇ ਆ ਕਿ ਡਾਕਟਰ ਆ ਕੇ ਗਵਾਹੀ ਦੇਵੇ, ਡਾਕਟਰ ਨਹੀਂ ਲੱਭਦਾ ਕਿ ਗਵਾਹੀ ਦੇਣੀ ਆ। ਸੋ ਇਹ ਕੋਰਟਾਂ ਦੇ ਵਿੱਚ ਆਲਰੇਡੀ ਚੱਲ ਪਿਆ ਸੀਗਾ ਪਿਛਲੇ 6 ਮਹੀਨੇ ਤੋਂ। ਸੋ ਉਹ ਕੀ ਸੀਗਾ ਕਿ ਆਪਾਂ ਜਦੋਂ ਇਹ ਮੈਸੇਜ ਦਿੰਦੇ ਸੀਗੇ, ਆਪਾਂ ਮੈਸੇਜ ਦੇਣ ਵਾਲੇ ਦੇ ਪਿੱਛੇ ਪੈ ਜਾਂਦੇ ਸੀ ਲੋਕੀ ਕਿ ਯਾਰ ਇਹ ਗਲਤ ਕਹਿੰਦੇ ਆ, ਏਦਾਂ ਕੁਝ ਨਹੀਂ ਹੋਣਾ, ਫਲਾਨਾ ਢਮਕਾਨਾ। ਸੋ ਉਹ ਕੀ ਸੀਗਾ, ਕਈ ਜੱਜ ਤਾਂ ਕਹਿੰਦੇ ਸੀ ਕਿ ਡਾਕਟਰ ਨੂੰ ਕਹੋ ਕਿ ਗਵਾਹੀ ਆ ਕੇ ਦੇਵੇ, ਠੀਕ ਆ। ਬੰਦਾ ਕਹਿ ਰਿਹਾ ਮੈਂ ਬੇਹੋਸ਼ ਹੋ ਗਿਆ ਤੇ ਘਟਨਾ ਸਥਲ ਤੇ ਘੰਟੇ ਬਾਅਦ ਹਸਪਤਾਲ ਜਾ ਕੇ ਹੋਸ਼ ਆਈ, ਤੇ ਕਈ ਤੇ ਬੰਦਾ ਇਹੀ ਲਿਖਿਆ ਹੁੰਦਾ ਹੈ ਕਿ ਇੱਕ ਜਿਹੜਾ ਪੂਰਾ ਦਿਨ ਬੇਹੋਸ਼ ਰਿਹਾ, ਤੇ ਡਾਕਟਰ ਉਹ ਪੁੱਛਦਾ ਸਰਕਾਰੀ ਵਕੀਲ ਕਿ ਸਕੈਨ ਕੀਤਾ, ਕੋਈ MRI ਕੀਤੀ, ਤੇ ਉਹਦੇ ਵਿੱਚ ਕੁਛ ਏਦਾਂ ਨਹੀਂ, ਉਹਦੇ ਵਿੱਚ ਲਿਖਿਆ ਹੋਇਆ ਕਿ ਟੀਕੇ ਲਾਤੇ, ਦਵਾਈਆਂ ਲਾਤੀਆਂ, ਮਰਹਮ ਪੱਟੀਆਂ ਲਾਤੀਆਂ, ਠੀਕ ਹੈ। ਉਹ ਜਿਹੜਾ ਮਤਲਬ ਐਡਾ ਕੁ ਕੰਸਰਨ ਸੀਗਾ ਕਿ ਯਾਰ ਏਦਾਂ ਕਿੱਦਾਂ ਹੋ ਜਾਂਦਾ ਕਿ ਬੰਦਾ ਬੇਹੋਸ਼ ਆ, ਚੀਜ਼ਾਂ ਹੈਗੀਆਂ ਕਿ ਕੋਈ ਐਕਸਰੇ ਨਹੀਂ, ਕੋਈ ਸਕੈਨ ਨਹੀਂ, ਕਿ ਗਤੀਵਿਧੀਆਂ ਕੀਤੀਆਂ, ਫੋਨ ਗਵਾਚ ਗਿਆ, ਐਕਸਰੇ ਕਿੱਥੇ ਆ, ਡਾਕਟਰ ਨੇ ਕੀਤਾ ਨਹੀਂ। ਇਹ ਚੀਜ਼ ਜਿਹੜੀ ਸਪੈਸ਼ਲੀ ਜੇ ਆਪਾਂ ਕਹੀਏ, ਗੱਲ ਕਰੀਏ ਸੈਂਟਾਨਾ ਕੋਰਟ ਦੀ, ਸਰਕਾਰੀ ਵਕੀਲ ਵੀ ਇੰਨੇ ਕੁ ਫਰਸਟ੍ਰੇਸ਼ਨ ਸੀਗੇ, ਕਹਿੰਦੇ ਜਦੋਂ ਇਹਨਾਂ ਨੂੰ ਕੁਝ ਪੁੱਛੀਦਾ ਉਦੋਂ ਕਹਿੰਦੇ ਲੈ ਮੈਨੂੰ ਪਤਾ ਨਹੀਂ, ਇਹ ਤਾਂ ਡਾਕਟਰ ਦਾ, ਲੈ ਮੈਨੂੰ ਪਤਾ ਨਹੀਂ, ਹਨਾ। ਉਹ ਜਿਹੜੀ ਚੀਜ਼ ਜਿਹੜੀ ਸੀਗੀ ਲੈ ਮੈਨੂੰ ਪਤਾ ਨਹੀਂ ਵਾਲਾ, ਕਿ ਮੈਨੂੰ ਨਹੀਂ ਪਤਾ ਏਦਾਂ ਹੀ ਲਿਖਿਆ, ਕਿ ਗਲਤੀਆਂ ਕਿਉਂ ਆ, ਠੀਕ ਆ। ਉਹ ਜਿਹੜੀ ਚੀਜ਼ ਹੁਣ ਸੀਗੀ, ਉਹ ਇਹਨਾਂ ਨੇ ਕਿਹਾ ਕਿ ਇਹ ਚੀਜ਼ ਦਾ ਜਿਹੜਾ ਡਿਪਾਰਟਮੈਂਟ ਸੀਗਾ ਕਿ ਇਹਨੂੰ ਜਿਹੜਾ ਡੀਕਮਿਸ਼ਨ ਕੀਤਾ ਸੀਗਾ, ਇਹਨੂੰ ਵਾਪਸ ਲੈ ਕੇ ਆਓ। ਇਹ ਉਹਨਾਂ ਦੀ ਜਿਹੜੀ ਇਨਸਟਰਕਸ਼ਨ ਜਿਹੜੀ ਹੈਗੀ ਆ, ਤੇ ਉਹਨਾਂ ਨੇ ਕਿਹਾ ਕਿ ਹੁਣ ਇਹਨਾਂ ਨੇ ਇਹਨੂੰ ਕਰਨਾ ਕਿੱਦਾਂ ਹੈਗਾ, ਟਾਰਗੇਟ ਕਿੱਦਾਂ ਕਰਨਾ। ਉਹਨੇ ਕਿਹਾ ਕਿ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਇਸ ਚੀਜ਼ ਦੇ ਵਿੱਚ ਹੋਣੀ ਹੈ। ਜਿਹੜੇ EOIR ਦੇ EMPLOYEES ਹੈਗੇ ਆ, ਮਤਲਬ ਕਿ ਜਿਹੜੇ ਸਰਕਾਰੀ ਵਕੀਲ ਆ ਤੇ ਜਿਹੜੇ ਜੱਜ ਹੈਗੇ ਆ, ਉਹ ਆਇਡੈਂਟੀਫਾਈ ਕਰੂਗੇ ਜੇ ਉਹਨਾਂ ਨੂੰ ਕੋਈ ਵੀ ਚੀਜ਼ ਨੂੰ ਦੇਖ ਕੇ ਲੱਗਦਾ ਕਿ ਕਿਤੇ ਢਾਂਚੇ ਮਿਲਦੇ ਆ ਜਾਂ ਕਿਤੇ ਲੈਟਰਾਂ ਦੇ ਵਿੱਚ ਪ੍ਰੋਬਲਮ ਆ, ਤੇ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਸਾਨੂੰ ਰਿਪੋਰਟ ਕਰੂਗੇ ਡਿਪਾਰਟਮੈਂਟ ਆਫ ਜਸਟਿਸ ਨੂੰ। ਉਹਨਾਂ ਨੇ ਰਿਕੁਆਇਰਮੈਂਟ ਲੇ ਡਾਊਨ ਕਰਤੀ, ਜਿਹੜੀ ਸੈਕਸ਼ਨ ਜਿਹੜਾ ਇਹਦਾ ਹੈਗਾ 5 CFR 2635, ਉਹ ਕਹਿੰਦੇ ਇਹਦੇ ਥੱਲੇ ਜਿਹੜੇ ਵੀ ਫੈਡਰਲ EMPLOYEE ਹੈਗੇ ਆ, ਉਹਨੇ ਕੋਈ ਵੀ ਵੇਸਟ, ਫਰਾਡ, ਅਬਿਊਜ਼, ਕਰਪਸ਼ਨ, ਕੋਈ ਵੀ ਜਿਹੜੀ ਚੀਜ਼ ਹੈਗੀ ਆ ਉਹ ਰਿਪੋਰਟ ਕਰਨੀ ਆ। ਸੋ ਮਤਲਬ ਕੀ ਹੈ ਕਿ ਉਹਨਾਂ ਨੂੰ ਕੁਝ ਵੀ ਹੁਣ ਲਾਈਨ ਚੋਂ ਆਊਟ ਆਫ ਲਾਈਨ ਲੱਗਦਾ ਕਿ ਯਾਰ ਇਹ ਸੇਮ ਗੱਲਾਂ ਕਰੀ ਜਾ ਰਹੇ ਆ, ਇਹ ਸੇਮ ਚੀਜ਼ ਹੋ ਰਹੀ ਆ, ਸੇਮ ਲੈਟਰਾਂ, ਤੇ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਸਰਕਾਰੀ ਵਕੀਲ ਨੂੰ ਹੁਣ ਪਾਵਰ ਦੇ ਰਹੇ ਆ ਕਿ ਤੁਸੀਂ ਸਾਨੂੰ ਐਂਟੀ ਫਰਾਡ ਜਿਹੜਾ ਪ੍ਰੋਗਰਾਮ ਹੈਗਾ ਉੱਤੇ ਨੋਟਿਸ ਕਰੋ। ਡਜ਼ ਨਾਟ ਮੈਟਰ ਜੱਜ ਚੰਗਾ ਵਾ ਮਾੜਾ ਵਾ ਕਿੱਦਾਂ, ਤੇ ਇਹ ਜਿਹੜਾ ਐਂਟੀ ਫਰਾਡ ਪ੍ਰੋਗਰਾਮ ਹੈਗਾ ਇਹ ਤੁਹਾਨੂੰ ਰਿਸੋਰਸਿਸ ਦਊਗਾ ਕਿ ਕਿੱਦਾਂ ਇਹ ਆਇਡੈਂਟੀਫਾਈ ਕਰਨਾ। ਤੇ ਮਤਲਬ ਕਿ ਇਹ ਨਹੀਂ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਕਿਤੇ ਸੁਣੀ ਨਹੀਂ ਜਾਊਗੀ। ਉਹ ਕਹਿ ਰਿਹਾ ਕਿ ਬੇਸਿਕਲੀ ਆਪਾਂ ਪੂਰੀ ਸਟਾਫਿੰਗ ਤੇ ਪੂਰੀ ਇਨਫੋਰਸਮੈਂਟ ਜਿਹੜੀ ਇਹਨੂੰ ਦੇ ਰਹੇ ਆ ਕਿ ਜੇ ਕੋਈ ਸਰਕਾਰੀ ਵਕੀਲ ਆਇਡੈਂਟੀਫਾਈ ਕਰਦਾ ਕਿ ਠੀਕ ਆ, ਕੋਈ ਵੀ ਵਕੀਲ ਆ ਜਾਂ ਕੋਈ ਵੀ ਸੈੱਟ ਗਰੁੱਪ ਹੈਗਾ, ਮੰਨ ਲਓ ਭਾਵੇਂ ਪੰਜਾਬੀ ਆ, ਹਿਸਪੈਨਿਕਸ ਆ, ਗੁਜਰਾਤੀ ਆ, ਕੋਈ ਵੀ ਬੰਦਾ ਹੈਗਾ, ਕਿ ਉਹਨੂੰ ਉਹ ਪੂਰਾ ਇਨਵੈਸਟੀਗੇਟ ਕਰ ਸਕਦੇ ਆ ਜਿਹੜਾ ਵੀ ਉਹਨਾਂ ਨੂੰ ਲੱਗਦਾ ਕਿ ਸ਼ੱਕ ਪੈਂਦਾ ਕਿਤੇ ਵੀ ਇੰਸਟੈਂਸਸ ਆਫ ਫਰਾਡ ਜਿਹੜੇ ਹੈਗੇ ਆ। ਇਹਨਾਂ ਨੇ ਇੱਕ ਜਿਹੜਾ ਮੈਮੋ ਸੀਗਾ ਇਹਨਾਂ ਦਾ ਪਾਲਿਸੀ ਮੈਮੋ 19/7, ਇਹਨੇ ਕਿਹਾ ਕਿ ਸਾਰੇ ਦੇ ਸਾਰੇ ਜਿਹੜੇ EMPLOYEE ਹੈਗੇ ਆ, ਸਰਕਾਰੀ ਵਕੀਲ ਜਾਂ ਜੱਜ ਜਿਹੜੇ ਹੈਗੇ ਆ, ਆਪਣੇ ਆਪ ਨੂੰ ਇਹਦੇ ਵਿੱਚ ਜਿਹੜਾ ਇਹ ਪਾਲਿਸੀ ਮੈਮੋ ਨੂੰ ਆਪਣੇ ਆਪ ਨੂੰ ਪੜ੍ਹਨ ਸਾਰੇ ਜਾਣੇ ਕੀ ਹੈਗਾ, ਕੀ ਚੀਜ਼ਾਂ ਉਹਨਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ। ਤੇ EOIR ਜਿਹੜਾ ਹੈਗਾ ਉਹਦੀ ਇੱਕ ਡਿਸਪਲਿਨਰੀ ਕਾਉਂਸਲ ਹੈਗਾ, ਜਿਹੜਾ ਵਕੀਲ ਹੈਗਾ ਜਿਹੜਾ ਓਵਰਸਾਈਟ ਕਰੂਗਾ
ਕਿ ਇਹ ਫਰਾਡ ਜਿਹੜਾ ਹੈਗਾ ਕਿੱਦਾਂ ਵਾ, ਕਿਹੜੇ-ਕਿਹੜੇ ਵਕੀਲ ਜਿਹੜੇ ਆ ਉਹ ਸੈਂਕਸ਼ਨ ਜਿਹੜੇ ਕਰਨੇ ਆ। ਸੋ ਮਤਲਬ ਕਿ ਉਹਨਾਂ ਨੇ ਜਿਹੜਾ ਕੀ ਸੀਗਾ ਕਿ ਉਂਗਲ ਜਿਹੜੀ ਸਿੱਧੇ ਵਕੀਲਾਂ ਵੱਲ ਵੀ ਪੁਆਇੰਟ ਕਰ ਦਿੱਤੀ ਆ ਕਿ ਸਿੱਧੇ ਜਿਹੜਾ ਹੈਗਾ ਤੁਸੀਂ ਕੁਐਸਚਨ ਕਰੋ ਕਿ ਕੀ ਹੈਗਾ। ਜੇ ਤੁਹਾਨੂੰ ਲੱਗਦਾ ਠੀਕ ਹੈ ਕਿਸੇ ਲਾਅ ਆਫਿਸ ਚੋਂ ਕੋਈ ਚੱਕਰ ਵਾਲੀ ਗੱਲ ਆ ਤੇ ਤੁਸੀਂ ਸਿੱਧੇ ਜਿਹੜਾ ਰਿਪੋਰਟ ਕਰੋ ਤੇ ਪੂਰੀ ਫੁੱਲ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਹੋਊਗੀ। ਇਹ ਜਿਹੜਾ ਇਹਨਾਂ ਦਾ ਐਂਟੀ ਫਰਾਡ ਪ੍ਰੋਗਰਾਮ ਦਾ ਜਿਹੜਾ ਮੇਨ ਬੇਸਿਸ ਸੀਗਾ। ਅੱਛਾ। ਹੁਣ ਉਹ ਕੀ ਕਹਿੰਦੇ ਆ ਕਿ ਜਿਹੜਾ 2021 ਦੇ ਵਿੱਚ ਬਾਈਡਨ ਹੋਣਾ ਨੇ ਪ੍ਰੋਗਰਾਮ ਨੂੰ ਡੀਕਮਿਸ਼ਨ ਕਰਤਾ ਸੀਗਾ ਐਂਟੀ ਫਰਾਡ ਪ੍ਰੋਗਰਾਮ ਨੂੰ। ਇਹਦੇ ਕਰਕੇ ਕੀ ਸੀਗਾ ਕਿ ਕਿਸੇ ਦੇ ਕੋਲ ਅਰਜੈਂਸੀ ਨਹੀਂ ਸੀਗੀ, ਸਾਰਾ ਜਿਹੜਾ ਸਿਸਟਮ ਦਾ ਸੀਗਾ ਮਜ਼ਾਕ ਬਣ ਗਿਆ ਸੀਗਾ ਕਿ ਲੋਕੀ ਕੁਝ ਵੀ ਜਿਹੜਾ ਫਾਈਲ ਕਰ ਦਿੰਦੇ ਆ, ਸਬਮਿਟ ਕਰ ਦਿੰਦੇ ਆ। ਤੇ ਇਹ ਚੀਜ਼ ਨੂੰ ਜਿਹੜਾ ਤੁਸੀਂ ਬਿਲਕੁਲ ਜਿਹੜਾ ਸਟਰੋਂਗ ਵੇ ਨਾਲ ਟੈਕਲ ਕਰਨਾ, ਇਹ ਇਹਨਾਂ ਦਾ ਜਿਹੜਾ ਪਾਲਿਸੀ ਮੈਮੋ ਸੀਗਾ। ਟਾਰਗੇਟ ਕਿਹਨੂੰ ਕਰਦਾ? ਨਾ ਸਿਰਫ ਇਹ ਅਸਾਈਲਮ ਫਾਈਲਰਸ ਨੂੰ ਟਾਰਗੇਟ ਕਰਦਾ, ਪਰ ਇਹ ਵਕੀਲਾਂ ਨੂੰ, ਇੰਟਰਪ੍ਰੀਟਰਾਂ ਨੂੰ, ਸਾਰੇ ਜਿਹੜੇ ਵਿੱਚ ਮਿਡਲ ਜਿਹੜੀ ਕੋਈ ਵੀ ਚੀਜ਼ ਜਿਹੜੀ ਨੋਟੈਰੀਆ ਫਰਾਡ ਹੈਗਾ, ਉਹ ਹਰੇਕ ਚੀਜ਼ ਨੂੰ ਜਿਹੜਾ ਇਹ ਟਾਰਗੇਟ ਕਰਦਾ। ਤੇ ਇਹ ਚੀਜ਼ ਤੇ ਉਹ ਬਿਲਕੁਲ ਜਿਹੜਾ ਹੈਵੀ, ਸੁਪਰ ਹੈਵੀ ਜਿਹੜਾ ਜਾ ਰਹੇ ਆ। ਤੇ ਇਹਦੇ ਨਾਲ ਇੱਕ ਚੀਜ਼ ਜਿਹੜੀ ਸੀਗੀ ਹੋਰ, ਜਿਹੜੇ ਵੀ ਜੱਜ ਵੀ ਉਹ ਕਹਿੰਦੇ ਆ 2 ਸਾਲ ਦੇ ਵਿੱਚ ਭਰਤੀ ਕੀਤੇ ਆ, ਪਿਛਲੇ ਜਿਹੜੇ 2 ਸਾਲਾਂ ਚ, ਪਿਛਲੇ ਪ੍ਰੋਬੇਸ਼ਨ ਤੇ ਹੁੰਦੇ ਆ, ਉਹਨਾਂ ਨੂੰ ਉਹ ਕਹਿ ਰਹੇ ਆ ਕਿ ਜਿਹੜਾ ਫੋਰਸਡ ਬਾਈ ਆਊਟ ਪੈਕੇजेस ਆ ਫੜੋ ਚੈੱਕ ਤੇ ਨੌਕਰੀ ਕਰ ਦੋ ਆਪਣੀ ਰਿਜ਼ਾਈਨ। ਉਹਨਾਂ ਤੇ ਜਿਹੜਾ ਪ੍ਰੈਸ਼ਰ ਪਾਤਾ ਕਿ ਜਿਹੜੇ ਤੇ ਕਹਿੰਦੇ ਵਧੀਆ ਜੱਜ ਆ, ਰੇਟਿੰਗ ਆ, ਇਹ ਜੱਜ ਪਾਸ ਕਰ ਦਿੰਦੇ ਆ, ਇੱਥੇ ਟੈਨਸ਼ਨ ਵਾਲੀ ਗੱਲ ਨਹੀਂ। ਉਹ ਕਹਿ ਰਹੇ ਆ ਕਿ ਇਹ ਜਿਹੜੇ ਜੱਜ ਹੈਗੇ ਆ 2 ਸਾਲਾਂ ਤੋਂ ਘੱਟ ਜਿਹਨਾਂ ਨੂੰ ਹੋਏ ਆ, ਠੀਕ ਆ, ਸਿਰਫ ਬੰਦਾ ਖੁਦ ਨਹੀਂ, ਜਿਹੜੇ ਜੱਜ ਵੀ ਜਿਹੜੇ ਹੈਗੇ ਆ ਉਹ ਵੀ ਇਹਦੀ ਚਪੇਟ ਦੇ ਵਿੱਚ ਜਿਹੜੇ ਆ ਗਏ ਆ। ਤੇ ਉਹਨਾਂ ਨੂੰ ਵੀ ਜਿਹੜਾ ਫੋਰਸਡ ਬਾਈ ਆਊਟ ਜਿਹੜਾ ਕੀਤਾ ਜਾ ਰਿਹਾ। ਸੋ ਗੱਲਾਂ ਹੁਣ ਕਿੱਧਰ ਨੂੰ ਜਾ ਰਹੀਆਂ? ਗੱਲਾਂ ਉਧਰ ਨੂੰ ਜਾ ਰਹੀਆਂ ਕਿ ਉਹ ਕਹਿੰਦੇ ਆ ਕਿ ਬਹੁਤ ਜ਼ਿਆਦਾ ਬੇਸਿਕਲੀ ਡੈਮੋਕ੍ਰੈਟਿਕ ਜੱਜ ਜਿਹੜੇ ਭਰ ਗਏ ਆ, ਲਿਬਰਲ ਆ, ਥੋੜੇ ਕੇਸ-ਕੂਸ ਪਾਸ ਕਰ ਦਿੰਦੇ ਆ, ਉਹਨਾਂ ਨੂੰ ਰਿਮੂਵ ਕਰਕੇ ਜਿਹੜੇ ਸਟ੍ਰਿਕਟ ਜੱਜ ਜਿਹੜੇ ਉਹ ਸਿਸਟਮ ਦੇ ਵਿੱਚ ਪਾਏ ਜਾਣ। ਤੇ ਆਬਵੀਅਸਲੀ ਇਹਨਾਂ ਨੇ ਆਪਣੇ ਬੰਦੇ ਜਿਹੜੇ ਹੈਗੇ ਆ ਫੁੱਲ ਸਵਿੰਗ ਦੇ ਨਾਲ ਇਹਨਾਂ ਨੇ ਜਿਹੜੇ ਆਪਣੇ ਭਰਤੀ ਕਰਨੇ ਆ। ਇਹ ਬਹੁਤ ਵੱਡੀਆਂ ਜਿਹੜੀਆਂ ਦੇਖੋ ਤਬਦੀਲੀਆਂ। ਆਪਾਂ ਜਦੋਂ ਪਿਛਲੀ ਵਾਰੀ ਅਟਾਰਨੀ ਕਹਿਣਾ ਜੀ ਇਹ 2 ਸਾਲ ਵਾਲੀ ਗੱਲ ਦੱਸੀ ਸੀ ਨਾ, ਐਕਸਪੀਡਾਈਟਿਡ ਰਿਮੂਵਲ ਵਾਲੀ, ਲੋਕਾਂ ਨੇ ਬਾਅਦ ਦੇ ਵਿੱਚ ਚਲੋ ਜਿਹੜੇ ਸੜਦੇ ਆ, ਜਿਹੜੇ ਹੇਟਰ ਆ, ਉਹਨਾਂ ਦਾ ਤਾਂ ਕੰਮ ਹੀ ਹੈ, ਉਹਨਾਂ ਦਾ ਕੰਮ ਹੀ ਮਚਣਾ ਆ। ਉਹਨਾਂ ਨੇ ਕਹਿਣਾ ਵੀ ਇਹ ਤਾਂ ਐਵੇਂ ਕਹੀ ਜਾਂਦੇ ਆ, ਇੱਦਾਂ ਆ, ਉੱਦਾਂ ਆ। ਪਰ 1 ਵੀਕ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਰਿਪੋਰਟਸ, ਬਹੁਤ ਸਾਰੀਆਂ ਇੱਦਾਂ ਦੇ ਲੋਕ ਆਪਣੀਆਂ ਜਿਹੜੀਆਂ ਹੱਡ ਬੀਤੀਆਂ ਆ ਉਹਨਾਂ ਨੇ ਸ਼ੇਅਰ ਕੀਤੀਆਂ ਵੱਖ-ਵੱਖ ਆਨਲਾਈਨ ਫੋਰਮਸ ਦੇ ਉੱਤੇ, ਨਿਊਜ਼ ਰਿਪੋਰਟਸ ਜਿਹੜੀਆਂ ਹੋਈਆਂ, ਜਿਸ ਵਿੱਚ ਉਹ ਕਲੀਅਰ ਹੋਇਆ ਵੀ ਪੇਸ਼ੀ ਭੁਗਤ ਕੇ, ਅਸਾਈਲਮ ਦੀ ਕੋਰਟ ਦੀ ਪੇਸ਼ੀ ਭੁਗਤਦਾ ਆ ਕੋਈ ਤੇ ਬਾਹਰ ਆਈਸ ਖੜੀ ਹੁੰਦੀ, ਉਹ ਉਹਨਾਂ ਨੂੰ ਫੜਿਆ ਜਾ ਰਿਹਾ। ਇੱਥੋਂ ਤੱਕ ਕਿ ਇੱਕ ਗ੍ਰੀਨ ਕਾਰਡ ਹੋਲਡਰ ਨੂੰ ਵੀ ਜਿਹੜਾ ਆ ਉਹਨਾਂ ਨੇ ਆਲਰੇਡੀ ਡਿਪੋਰਟ ਜਿਹੜਾ ਉਹ ਕਰ ਦਿੱਤਾ। ਇਹ ਅਣਹੋਣੀ ਵਾਲੀ ਗੱਲ ਨਹੀਂ ਆ। ਦੇਖੋ ਓਬਾਮਾ ਕਰਦਾ ਸੀ ਜਦੋਂ ਚੁੱਪ ਚਪੀਤੇ ਹੋ ਰਿਹਾ ਸੀ ਕੰਮ, ਉਹਨੇ ਘੱਟ ਨਹੀਂ ਕੀਤੇ ਬੰਦੇ ਡਿਪੋਰਟ, ਉਹਨੇ ਵੀ ਬਹੁਤ ਡਿਪੋਰਟ ਕੀਤੇ, 2 ਮਿਲੀਅਨ ਤੋਂ ਉੱਤੇ ਕੀਤੇ ਸੀ। 2 ਮਿਲੀਅਨ ਤੋਂ ਉੱਤੇ ਕੀਤੇ ਸੀ। ਹੁਣ ਤੱਕ ਦਾ ਮੈਨੂੰ ਲੱਗਦਾ ਰਿਕਾਰਡ ਆ, ਟਰੰਪ ਜਿੰਨਾ ਰੌਲਾ ਪਾਉਂਦਾ ਸ਼ਾਇਦ ਉਹਨੇ ਨਹੀਂ ਉਹਨੇ ਕੀਤੇ, ਉਹਦੇ ਤੋਂ ਵੀ ਘੱਟ ਕੀਤੇ ਹੋਣਗੇ। ਪਰ ਹੁਣ ਰੌਲਾ ਇੰਨਾ ਕਿ ਜ਼ਿਆਦਾ ਇਸ ਚੀਜ਼ ਦਾ ਹੋ ਚੁੱਕਾ। ਹੁਣ ਤੁਸੀਂ ਦੇਖੋ ਆ ਜਿਹੜੀ ਚੀਜ਼ ਤੁਸੀਂ ਹੁਣ ਦੱਸੀ ਆ, ਜੇ ਜਸਟਿਸ ਸਿਸਟਮ ਦੇ ਵਿੱਚ ਕਾਗਜ਼ ਪੱਤਰ ਦਾ, ਐਵੀਡੈਂਸ ਦਾ ਜੇ ਕੋਈ ਅਹਿਮੀਅਤ ਹੀ ਨਹੀਂ ਰਹੂਗੀ, ਤੁਸੀਂ ਜੋ ਮਰਜ਼ੀ ਉਹ 'ਚ ਦਾਖਲ ਕਰਾਈ ਜਾਓਗੇ, ਜੋ ਮਰਜ਼ੀ ਕਰੀ ਜਾਓਗੇ, ਤੇ ਅਗਲਿਆਂ ਨੇ ਤਾਂ ਔਖੇ ਹੋਣਾ ਹੀ ਆ ਨਾ ਬਾਅਦ ਦੇ ਵਿੱਚ ਜਦੋਂ ਉੱਤੇ ਸਖਤੀ ਹੋਊਗੀ ਤੇ ਫਿਰ ਸਾਰਿਆਂ ਨੇ ਰੌਲਾ ਪਾਉਣਾ, ਹਾਏ ਹਾਏ ਹੁਣ ਸਾਡੇ ਨਾਲ ਕੀ ਹੋ ਰਿਹਾ। ਸੋ ਅਜੇ ਵੀ ਜਿਹੜੇ ਲੋਕ ਤੁਹਾਨੂੰ ਭਰਮਾ ਰਹੇ ਆ ਨਾ ਵੀ ਕੋਈ ਡਰਨ ਦੀ ਲੋੜ ਨਹੀਂ, ਕੋਈ ਚੱਕਰ ਨਹੀਂ, ਕੋਈ ਫਰਕ ਨਹੀਂ ਪੈਂਦਾ, ਮੇਰਾ ਤਾਂ ਇੱਦਾਂ ਹੋ ਗਿਆ ਸੀ, ਮੇਰਾ ਤਾਂ ਉੱਦਾਂ ਹੋ ਗਿਆ ਸੀ। ਉਹ ਦੇਖੋ ਜੀ ਜਿਹੜੀ ਵੀ ਕੋਈ ਗੱਲ 20 ਜਨਵਰੀ ਤੋਂ ਪਹਿਲਾਂ ਦੀ ਕਰ ਰਿਹਾ ਨਾ, 20 ਜਨਵਰੀ 2025 ਦੀ, ਮੇਰਾ ਤਾਂ ਇੱਦਾਂ ਹੋ ਗਿਆ ਸੀ, ਮੇਰਾ ਤਾਂ ਉੱਦਾਂ ਹੋ ਗਿਆ ਸੀ, ਉਹ ਇੱਕ ਕੰਨ ਚੋਂ ਸੁਣੇ ਤੇ ਦੂਜੀ ਚੋਂ ਬਾਹਰ ਕੱਢ ਦੋ, ਕਿਉਂਕਿ ਹੁਣ ਇਮੀਗ੍ਰੇਸ਼ਨ ਦਾ ਮਾਹੌਲ ਟੋਟਲ ਚੇਂਜ ਆ। ਉਹ ਕਿਸੇ ਨੂੰ ਉਹ ਗੱਲ ਸੁਣਨ ਦੀ ਲੋੜ ਨਹੀਂ, ਉਹ ਤੋਂ ਪਹਿਲਾਂ ਕੀ ਹੋਇਆ ਸੀ। ਹੁਣ ਮੌਜੂਦਾ ਤੌਰ ਦੇ ਉੱਤੇ ਤੁਸੀਂ ਦੇਖੋ ਵੀ ਕੀ ਹੋਣਾ। EOIR ਨੇ ਹੁਣ ਜਿੱਦਾਂ ਤੁਸੀਂ ਦੱਸਿਆ ਕਨਫਰਮ ਕਰਤਾ, ਕਲੀਅਰ ਕਰਤਾ ਵੀ ਕੱਲਾ ਸਖਤੀ ਨਹੀਂ ਕਰਨ ਜਾ ਰਹੇ, ਅਸੀਂ ਇਹਦੇ ਪਿੱਛੇ ਡਾਲਰ ਸੁੱਟਣ ਜਾ ਰਹੇ ਹਾਂ। ਇਵੈਂਚੁਅਲੀ ਐਨਫੋਰਸਮੈਂਟ ਡਾਲਰਸ ਦੇ ਨਾਲ ਹੁੰਦੀ ਹੈ ਤੇ ਡਾਲਰ ਜਿਹੜੇ ਉਹ ਇਹਨਾਂ ਨੂੰ ਹੱਥਾਂ 'ਚ ਫੜਾਉਣ ਜਾ ਰਹੇ ਆ ਜੀ। ਅਟਾਰਨੀ ਕਹਿਣਾ ਸਰਕਾਰੀ ਵਕੀਲਾਂ ਦੇ ਬੇਸਿਕਲੀ ਹੱਥ ਜਿਹੜੇ ਸੀਗੇ ਉਹ ਬੰਨ ਲਏ ਸੀਗੇ। ਤੇ ਇੱਕ ਕੀ ਸੀਗਾ ਕਿ ਬੜਾ ਕੈਜੂਅਲ ਜਿਹਾ ਐਟੀਟਿਊਡ ਜਿਹੜਾ ਸੀਗਾ ਉਹ ਚੱਲਿਆ ਹੋਇਆ ਹੈਗਾ ਕਮਿਊਨਿਟੀ ਦੇ ਵਿੱਚ। ਆਨਲਾਈਨ ਤੇ ਵੀ ਬਥੇਰੇ ਜਿੱਦਾਂ ਕਹਿ ਲਓ ਤੁਸੀਂ ਜੋਕਰ ਬਣਨ ਦੀ ਕੋਸ਼ਿਸ਼ ਕਰਦੇ ਹੈਗੇ ਕਿ ਹਸਾ ਲਿਆ, ਉਹ ਕਰ ਲਿਆ, ਨਾ ਜੀ ਕੁਛ ਨਹੀਂ ਹੁੰਦਾ, ਇਦਾਂ ਨਹੀਂ ਹੁੰਦਾ, ਉਦਾਂ ਨਹੀਂ ਹੁੰਦਾ। ਸੋ ਅਲਟੀਮੇਟਲੀ ਵੇਖੋ ਬਈ ਕੀ ਹੁੰਦਾ, ਜਿਹੜੇ ਇਹੋ ਜਿਹੇ ਬੰਦੇ ਆ, ਠੀਕ ਆ, ਆਨਲਾਈਨ ਟਰੋਲ ਜਿਹੜੇ ਹੁੰਦੇ ਆ,
ਜਦੋਂ ਤੁਹਾਨੂੰ ਚੱਕਣ ਫੜਨ ਉਹ ਆ ਰਹੇ ਆ, ਉਦੋਂ ਕਿੱਥੇ ਹੁੰਦੇ ਆ ਇਹ ਟਰੋਲ, ਠੀਕ ਆ? ਉਦੋਂ ਕਿੱਥੇ ਹੁੰਦੇ ਆ ਚੱਕਵੇਂ ਗਾਣੇ ਗਾਣ ਵਾਲੇ, ਕਿੱਥੇ ਹੁੰਦੇ ਆ ਉਦੋਂ? ਕੌਣ ਬਚਾਉਂਦਾ ਹੈਗਾ ਤੁਹਾਨੂੰ? ਜਦੋਂ ਸਿਸਟਮ ਦਾ ਉਹ ਹੁੰਦਾ ਹੈਗਾ, ਫਿਰ ਉਦੋਂ ਨਹੀਂ ਕੋਈ ਬੋਲਦਾ। ਅੱਗੇ ਪਿੱਛੇ ਜਿਹੜੇ ਸੀਗੇ, ਉਦੋਂ ਲੋਕੀ ਰੌਲਾ ਰੱਪਾ ਪਾਉਂਦੇ ਆ। ਸਾਡਾ ਕੀ ਕੰਮ ਹੈਗਾ? ਸਾਡਾ ਕੰਮ ਹੈਗਾ ਕਿ ਆ ਕੇ ਜਿਹੜੀ ਖਬਰ ਉਹ ਤੁਹਾਨੂੰ ਦੱਸਣੀ। ਸੋ ਮੈਨੂੰ ਕਦੀ ਇਹ ਚੀਜ਼ ਨਹੀਂ ਸਮਝ ਆਈ ਕਿ ਯਾਰ ਇੱਕ ਆ ਕੇ ਤੁਹਾਨੂੰ ਜਿਹੜੀ ਚੀਜ਼ ਖਬਰ ਆ ਉਹ ਉਦਾਂ ਦੀ ਉਦਾਂ ਦੱਸ ਰਹੇ ਆ। ਉਹ ਕੋਈ ਖਬਰ ਏਦਾਂ ਥੋੜ੍ਹਾ ਹੈਗਾ ਕਿ ਆਪਾਂ ਬਣਾਈ ਆ ਜਾਂ ਆਪਾਂ ਚਾਹੁੰਦੇ ਆ ਕਿ ਉਦਾਂ ਦੀ ਖਬਰ ਬਣੇ। ਰਿਐਲਿਟੀ ਦੱਸ ਰਹੇ ਤੁਹਾਨੂੰ। ਕਿ ਹੁਣ ਰਿਐਲਿਟੀ ਦੱਸ ਰਿਹਾ ਉਹ ਆ ਕਿ ਮੈਂ ਕਿਹਾ ਹੁਣ ਕਈ ਵਾਰੀ ਕੀ ਹੁੰਦਾ ਕਿ ਹੇਟਰਾਂ ਦੀ ਵੀ ਲਿਸਟ ਲੰਬੀ ਇੰਨੀ ਕੁ ਹੋ ਗਈ ਕਿ ਔਨ ਹੀ ਮੈਂ ਕਰਨਾ ਲਾਈਵ ਫੀਡ, ਕੁਛ ਚੱਲ ਵੀ ਏਦਾਂ ਕਰਤਾ ਓਦਾਂ ਕਰਤਾ। ਮੈਨੂੰ ਹੁਣ ਇਹਦੇ ਵਿੱਚ ਦੱਸੋ ਕਿ ਇਹਦੇ ਵਿੱਚ ਕੀ ਹੈ ਕਿ ਜੇ ਤੁਹਾਨੂੰ ਖਬਰ ਦੇ ਰਹੇ ਆ, ਇਹਦੇ ਵਿੱਚ ਕੀ ਮਾੜੀ ਗੱਲ ਹੈਗੀ ਹੈ ਹਨਾ? ਪਰ ਇਹ ਹੈ ਕਿ ਕਈ ਲੋਕਾਂ ਨੂੰ ਉਹ ਵੀ ਨਹੀਂ ਕਿ ਯਾਰ ਇਹਨਾਂ ਨੇ ਹੌਸਲਾ ਸੁੱਟਤਾ, ਇਹਨਾਂ ਨੇ ਇਹ ਚਾਹੁੰਦੇ ਨਹੀਂ ਅਮਰੀਕਾ ਦੇ ਵਿੱਚ ਕੋਈ ਬੰਦਾ ਆਵੇ। ਇਹ ਕਿਹੜਾ ਹੁਣ ਕੋਈ ਆਪਾਂ ਥੋੜਾ ਨਾ ਬਾਰਡਰ ਸੀਲ ਕਰ ਦਿੱਤਾ ਲੋਕਾਂ ਦਾ ਜਾਂ ਕੀ ਹੈ? ਸਹੀ ਗੱਲ ਆਪਣਾ ਤਾਂ ਇੱਕ ਲਿਮਿਟਿਡ ਰੋਲ ਆ। ਹੁਣ ਇਹ ਸ਼ੋਅ ਦੇ ਰਾਸਤੇ ਇਹੀ ਸੀਗਾ ਕਿ ਬਈ ਜੋ ਸੀਰੀਅਸਨੈਸ ਹੈਗੀ ਹੈ ਨਾ, ਤੁਹਾਨੂੰ ਬਿਨਾਂ ਮਿਰਚ ਮਸਾਲੇ ਲਾਏ ਸਿੱਧੀ ਜਿਹੜੀ ਖਬਰ ਆ, ਜਿੱਦਾਂ ਦਾ ਸਰਕਾਰ ਦਾ ਰਵੱਈਆ ਚੱਲ ਰਿਹਾ, ਉਹ ਚੀਜ਼ ਆਪਾਂ ਤੁਹਾਨੂੰ ਦੱਸਣੀ ਆ। ਉਹਦੇ ਵਿੱਚੋਂ ਕੀ ਆ ਕਿ ਬਾਈ ਜਿਹੜਾ ਬੰਦਾ ਕੁਐਸਚਨ ਐਕਸਰਸਾਈਜ਼ ਕਰ ਸਕਦਾ, ਜਿਹੜਾ ਡਿਲੀਜੈਂਸ ਐਕਸਰਸਾਈਜ਼ ਕਰ ਸਕਦਾ, ਉਹ ਕਰ ਲਵੇ। ਕੱਲ ਨੂੰ ਇਹ ਨਾ ਹੋਵੇ ਕਿ ਬੰਦਾ ਕਹੇ ਯਾਰ ਮੈਨੂੰ ਪਤਾ ਨਹੀਂ ਲੱਗਿਆ ਸੀਗਾ ਲਾਅ ਦਾ, ਮੈਨੂੰ ਮੇਰੇ ਵਕੀਲ ਨੇ ਦੱਸਿਆ ਨਹੀਂ ਸੀਗਾ। ਤਾਂ ਕੀ ਸੀਗਾ ਕਿ ਇਹ ਪੰਜਾਬੀ ਰੇਡੀਓ ਦੇ ਮਾਧਿਅਮ ਰਾਹੀਂ ਕਿ ਜੋ ਹਾਲਾਤ ਜਿਹੜੇ ਚੱਲ ਰਹੇ ਆ, ਠੀਕ ਹੈ, ਜਿੱਥੇ ਡਰਨ ਵਾਲੀ ਗੱਲ ਆ ਉੱਥੇ ਬੰਦੇ ਨੂੰ ਡਰਨਾ ਚਾਹੀਦਾ। ਜਿੱਥੇ ਬਿਨਾਂ ਮਤਲਬ ਦੇ ਡਰ ਵਾਲੀ ਗੱਲ ਆ ਉੱਥੇ ਠੀਕ ਆ, ਬੰਦਾ ਹਰੇਕ ਜਿਹੜੀ ਨਿਊਜ਼ ਆ ਉਹਨੂੰ ਸੁਣੇ, ਇਵੈਲੂਏਟ ਕਰੇ। ਸੋ ਇਹ ਚੀਜ਼ ਆ ਤੇ ਇਹ ਜਿਹੜਾ ਹੈਗਾ ਥੋੜਾ ਪ੍ਰੋਗਰਾਮ ਸੀਰੀਅਸ ਆ। ਤੇ ਅੱਜ ਦੇ ਤੁਹਾਨੂੰ ਅੱਗੇ ਇਹ ਤਾਂ ਜੇ ਸ਼ੁਰੂਆਤ ਹੀ ਹੈ ਨਾ, ਤੁਸੀਂ ਅੱਗੇ ਅੱਧਾ ਕੁ ਘੰਟਾ ਹੋਰ ਸੁਣਿਓ ਖਬਰਾਂ ਕੀ ਉਹਦੇ ਵਿੱਚ ਹੋ ਰਿਹਾ। ਹੋਰ ਕੀ ਤੁਸੀਂ ਹੋ ਫਿਰ ਰਿਹਾ। ਕਹਿਣਾ ਕਿ ਤੁਹਾਡਾ ਜਿਹੜਾ ਆ ਪ੍ਰੋਗਰਾਮ ਸੁਣਨ ਤੋਂ ਬਾਅਦ ਜੇ ਤੁਹਾਨੂੰ ਲੱਗਿਆ ਕਿ ਨਹੀਂ ਸਰਕਾਰ ਦਾ ਰਵੱਈਆ ਚੇਂਜ ਹੋਇਆ, ਫਿਰ ਕਿਉਂ? ਅੱਛਾ, ਹੁਣ ਤੁਸੀਂ ਇਸ ਦੇ ਵਿੱਚ ਕਿਹਾ ਵੀ ਸਰਕਾਰੀ ਵਕੀਲ ਕੋ, ਹੁਣ ਪੀਡੀ ਦਾ ਅਖਤਿਆਰ ਵੀ ਸਰਕਾਰੀ ਵਕੀਲ ਕੋ ਦੇਤਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰੀ ਵਕੀਲ ਦੇ ਹੱਥ ਨੂੰ ਬਹੁਤ ਜ਼ਿਆਦਾ ਸ਼ਕਤੀ ਜਿਹੜੀ ਇਸ ਟਾਈਮ ਦੇ ਰਹੇ ਆ। ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚੋਂ ਜੱਜਾਂ ਨੂੰ ਛੁੱਟੀ ਕਰ ਰਿਹਾ ਵੀ ਆਹ ਚੁੱਕ, ਜਿੱਦਾਂ ਤੁਸੀਂ ਕਿਹਾ ਵੀ ਸੈਵਰੈਂਸ ਪੈਕੇਜ ਲਓ। ਉਹ ਚਲੋ ਵੱਖਰੀ ਗੱਲ ਆ ਵੀ ਉਹ ਮਾਮਲੇ ਜਿਹੜੇ ਹੋਰ ਅਦਾਲਤਾਂ ਦੇ ਵਿੱਚ ਜਿਹੜੇ ਨਾਲ ਦੇ ਨਾਲ ਜਿਹੜੇ ਉਹ ਚੱਲੀ ਜਾ ਰਹੇ ਆ। ਪਰ ਦੇਖੋ ਸਰਕਾਰੀ ਵਕੀਲ ਦਾ ਜਦੋਂ ਰਵੱਈਆ ਚੇਂਜ ਹੋਣਾ, ਕੇਸ ਦਾ ਰਵੱਈਆ ਚੇਂਜ ਹੋਣਾ। ਜੇ ਤੁਸੀਂ ਇੱਥੇ ਜੇ ਅਟਰਨੀ ਟੇਕ ਕਹਿਣਾ ਜੀ, ਅਗਲੀ ਜਿਹੜੀ ਖਬਰ ਵੱਲ ਵਧਣ ਤੋਂ ਪਹਿਲਾਂ ਜੇ ਤੁਸੀਂ ਥੋੜਾ ਜਿਹਾ ਇਮੀਗ੍ਰੇਸ਼ਨ ਕੋਡ ਦਾ ਲੇਟੈਸਟ ਹਾਲਾਤ ਜੇ ਤੁਸੀਂ ਦੱਸ ਦਿਓ ਵੀ ਕੀ ਰਵੱਈਆ ਚੇਂਜ ਤੁਸੀਂ ਜਿਹੜਾ ਉਹ ਫੀਲ ਕੀਤਾ ਆ 20 ਜਨਵਰੀ ਤੋਂ ਬਾਅਦ ਦੇ ਵਿੱਚ ਹੁਣ ਤੱਕ ਸਰਕਾਰੀ ਵਕੀਲ ਦਾ ਜਾਂ ਜੱਜਿਸ ਦਾ, ਜੇ ਤੁਸੀਂ ਥੋੜਾ ਜਿਹਾ ਉਹਦੇ ਤੇ ਚਾਨਣਾ ਪਾ ਦਿਓ ਵੀ ਕੀ ਤੁਸੀਂ ਇਮੀਗ੍ਰੇਸ਼ਨ ਕੋਡ ਦੇ ਵਿੱਚ ਤਬਦੀਲੀ ਨੋਟ ਕੀਤੀ ਆ? ਦੇਖੋ ਜੀ, ਸਰਕਾਰੀ ਵਕੀਲ ਜਿਹੜੇ ਹੈਗੇ ਆ ਫੁੱਲੀ ਜਿਹੜੇ ਚਾਰਜਡ ਆ। ਸੋ ਪਹਿਲਾਂ ਕੀ ਸੀਗਾ ਕਿ ਜਿਹੜੇ ਕੇਸਾਂ ਦੇ ਉਹਨਾਂ ਨੇ ਜਿੱਦਾਂ ਪੀਡੀ ਦਾ ਕਿਹਾ ਕਿ ਸਿਰਫ ਤੇ ਸਿਰਫ ਸਰਕਾਰੀ ਵਕੀਲ ਜੇ ਲੈ ਕੇ ਆਂਦਾ ਕਿ ਪੀਡੀ ਤੇ ਤਾਂ ਹੀ ਉਹਦੀ ਗੱਲ ਸੁਣੀ ਜਾਊਗੀ। ਜੱਜ ਨਹੀਂ ਕਹਿ ਸਕਦਾ ਕਿ ਪੀਡੀ ਦੇਖ ਲਓ ਜਾਂ ਦੇ ਦਿਓ। ਤੇ ਸਰਕਾਰੀ ਵਕੀਲ ਤੇ ਡਿਪੈਂਡ ਕਰਦਾ। ਹੁਣ ਜਿੱਦਾਂ ਇਹ ਮੈਮੋ ਆ ਗਏ ਆ, ਸਰਕਾਰੀ ਵਕੀਲ ਫਰਾਡ ਰਿਪੋਰਟ ਕਰ ਸਕਦਾ, ਠੀਕ ਆ, ਲੈਟਰਾਂ ਵਗੈਰਾ ਜਿਹੜੀਆਂ ਉਹ ਸਾਰੀਆਂ ਫੋਰੈਂਸਿਕ ਵਗੈਰਾ 'ਚ ਜਾ ਸਕਦੀਆਂ। ਫਰਾਡ ਜਿਹੜੀ ਉਹਨਾਂ ਦੀ ਯੂਨਿਟ ਆ, ਹੁਣ ਜਿੱਦਾਂ ਜਿਹੜੇ ਤਾਂ ਭਾਈ ਸੰਜੀਵਨੀ, ਮਮਤਾ ਹਸਪਤਾਲ ਇਹ ਸਾਰੇ ਹੈਗੇ ਆ, ਉਹਨਾਂ ਨੇ ਬੇਸਿਕਲੀ ਇਹ ਹੈ ਕਿ ਫਰਾਡ ਯੂਨਿਟ ਦਾ ਕੀ ਹੈ ਕਿ ਸਰਕਾਰੀ ਵਕੀਲ ਕਹੂਗਾ ਕਿ ਯਾਰ ਆ ਮੈਂ ਬਾਰ-ਬਾਰ ਚੀਜ਼ ਵੇਖ ਰਿਹਾ ਵਾਂ, ਲਿਖਤੀ ਦਾ ਸਟਾਈਲ ਆ ਚੀਜ਼, ਉਹ ਰੈਫਰ ਕਰੂਗਾ ਫਰਾਡ ਪ੍ਰੋਗਰਾਮ ਦੇ ਵਿੱਚ। ਫਰਾਡ ਪ੍ਰੋਗਰਾਮ ਵਾਲੇ ਕੀ ਆ ਕਿ ਕਾਲ ਕਰੂਗੇ, ਇਨਵੈਸਟੀਗੇਟ ਕਰੂਗੇ ਤੇ ਅੱਗੋਂ ਦੀ ਜਿਹੜੇ ਵੀ ਡਾਕਟਰ ਆ ਉਹਨਾਂ ਦੀ ਜਿਹੜੀ ਪੈਰਵਾਈ ਜਿਹੜੀ ਉਹ ਹੋਊਗੀ। ਸੋ ਇਹ ਜਿਹੜਾ ਹੁਣ ਕੀ ਸੀਗਾ ਕਿ ਸਰਕਾਰੀ ਵਕੀਲ ਜਿੱਥੇ ਹੱਥ ਬੰਨੇ ਹੋਏ ਸੀਗੇ, ਉਹ ਹੱਥ ਜਿਹੜੇ ਖੁੱਲ ਗਏ ਆ ਕਿ ਉਹ ਹੁਣ ਫੁੱਲ ਜਿਹੜਾ ਹੈਗਾ ਕਿ ਉਹਨੂੰ ਪਿੱਛੇ ਇੱਕ ਮਹਿਕਮਾ ਮਿਲ ਗਿਆ ਕਿ ਸਰਕਾਰੀ ਮਹਿਕਮਾ ਜਿਹੜਾ ਮਿਲ ਗਿਆ। ਪਹਿਲਾਂ ਕੀ ਸੀਗਾ ਕਿ ਮਹਿਕਮਾ ਡਿਸਮੈਂਟਲ ਕਰਤਾ, ਸਰਕਾਰੀ ਵਕੀਲ ਹੁਣ ਇਕੱਲਾ ਕੀ ਕਰੇ, ਠੀਕ ਆ। ਹੁਣ ਕੀ ਹੈ ਕਿ ਸਰਕਾਰੀ ਵਕੀਲ ਨੂੰ ਉਹਨੇ ਕਿਹਾ ਕਿ ਤੂੰ ਆਵਾਜ਼ ਚੱਕ, ਪਿੱਛੇ ਮਹਿਕਮਾ ਬੈਠਾ ਉਹ ਇਨਵੈਸਟੀਗੇਟ ਕਰੂਗਾ ਤੇ ਇਹਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਜਿਹਨੇ ਰੋਂਗ ਡੂਇੰਗ ਕੀਤੀ ਆ ਉਹਦੇ ਵੱਲ ਫਿੰਗਰ ਪੁਆਇੰਟ ਕਰੋ, ਉਹਦੇ ਵੱਲ ਇਨਵੈਸਟੀਗੇਸ਼ਨ ਕਰੋ। ਇਹ ਚੀਜ਼ ਜਿਹੜੀ ਸੀਗੀ ਇੱਧਰ ਨੂੰ ਜਿਹੜੀਆਂ ਮਤਲਬ ਕੋਰਟ ਦੇ ਹਾਲਾਤ ਜਿਹੜੇ ਇੱਧਰਲੇ ਪਾਸੇ ਨੂੰ ਜਿਹੜੇ ਜਾ ਰਹੇ। ਹੁਣ ਜਦੋਂ ਕਿਹਾ ਵੀ ਫਰਾਡ ਦਾ ਜਿਹੜਾ ਉਹ ਇਸ਼ਾਰਾ ਕਰਨ, ਇਹਦਾ ਮਤਲਬ ਜਿਹੜੇ ਕਹਾਣੀਕਾਰ ਆ ਜਾਂ ਜਿਹੜੇ ਵਕੀਲ ਆ ਜਿਹੜੇ ਫ੍ਰਿਵਲਸ ਵੀ ਲਾਈ ਜਾਂਦੇ ਆ ਜਾਂ ਗਲਤ ਇਨਫੋਰਮੇਸ਼ਨ ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਕੋਈ ਉਹ ਲਾ ਰਿਹਾ ਆ, ਉਹਨਾਂ ਦੇ ਉੱਤੇ ਵੀ ਗਾਜ ਡਿੱਗੇਗੀ? ਭਾਜੀ ਦੇਖੋ ਕੀ ਫੈਕਟ ਤੁਹਾਨੂੰ ਮੈਂ ਦੱਸਦਾ ਇੱਕ। ਆਪਣੇ ਨਾ ਕਈ ਵਾਰੀ ਬੰਦਾ ਬੈਠਾ ਹੁੰਦਾ ਕੇਸ ਦੀ ਤਿਆਰੀ ਕਰਦੇ ਕਿ ਉਹਨੂੰ ਕਹਿ ਦੱਸ ਤੂੰ ਕਿੰਨਾ ਕੀ ਹੋਇਆ ਨਾ। ਉਹ ਤਾਂ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ। ਬੰਦੇ ਨੇ ਇੱਕ ਨੇ ਨਾ ਫੋਨ ਰੱਖਤਾ ਤੇ ਫੋਨ ਹੀ ਨਾ ਚੱਕੇ। ਉਸ ਤੋਂ ਬਾਅਦ ਤੇ ਸਾਡੀ ਜਿਹੜੀ ਵਕੀਲ ਆ ਉਹ ਕਹਿੰਦੀ ਕਿ ਮੈਂ ਕਾਲ ਕਰੀ ਜਾਵਾਂ, ਫੋਨ ਸਵਿਚ ਆਫ, ਤੇ ਅਗਲੇ ਦਿਨ ਕਰਕੇ ਕਹਿੰਦਾ ਕਿ ਤੁਸੀਂ ਮੇਰੇ ਤੋਂ ਨਾ ਸਵਾਲ ਪੁੱਛਣ ਲੱਗ ਪਏ ਤੇ ਮੈਨੂੰ ਟੈਨਸ਼ਨ ਪੈ ਗਈ।
ਓਕੇ। ਮੈਂ ਸੌਣਾ ਹੈਗਾ ਤੇ ਮੈਂ ਫ਼ੋਨ ਰੱਖਤਾ। ਇੱਕ ਤੇ ਕਈ ਸਾਰੇ ਹੁਣ ਮੈਂ ਤਾਂ ਮਤਲਬ ਆਪਾਂ ਕੇਸ ਛੱਡੀ ਦੇ ਬੜੇ ਜ਼ਿਆਦਾ ਮੋਸ਼ਨ ਟੂ ਵਿਥਡਰਾ ਕਿ ਨਹੀਂ ਇਹਦਾ ਰਿਪਰੈਜ਼ੈਂਟ ਕਰਨਾ ਹੈ ਨਾ ਅੱਗੇ। ਇੱਕ ਦਾ ਸੀਗਾ ਉਹ ਬੰਦਾ ਬੋਲੇ ਨਾ ਬੈਠਾ ਕਿ ਨਾ ਕਿ ਬੋਲਣਾ ਨਹੀਂ ਧਿਆਇਆ। ਨਾਲ ਉਹਦੇ ਇੱਕ ਲੱਗਾ ਕਿ ਤੁਹਾਡਾ ਜੀ ਸ਼ੋਅ ਸੁਣੀਦਾ ਏਦਾਂ-ਏਦਾਂ, ਤੁਹਾਡੀ ਤਾਂ ਆਪਾਂ ਇੱਜ਼ਤ ਬੜੀ ਕਰੀਦੀ ਸੀਗੀ, ਹੁਣ ਤੁਹਾਡੀ ਮਿੱਟੀ ਪਲੀਤ ਕਰਾਂਗੇ। ਮੈਂ ਕਿਹਾ ਯਾਰ ਜਿਹੜੀ ਤੂੰ ਕਰਨੀ ਆ ਕਰ ਲਾ। ਉਹਦਾ ਬੰਦਾ ਨਾ ਬੈਠਾ, ਮੈਂ ਉਹਨੂੰ ਕਾਲ ਤੇ ਦੱਸਾਂ ਸਾਹਮਣੇ ਕਿ ਦੱਸ ਚੱਲ ਕੀ ਆ? ਕਹਿੰਦਾ ਚਾਂਸ ਦੇ ਉਹਨੂੰ ਇੱਕ ਹੋਰ। ਮੈਂ ਕਿਹਾ ਚਾਂਸ ਇੱਕ ਛੱਡ ਤੂੰ 10 ਲੈ ਲਾ। ਹੂੰ। ਬੰਦੇ ਦੀ ਜ਼ੁਬਾਨ ਨਾ ਨਿਕਲੇ ਕਿਤੋਂ ਨਾ ਜਾ ਕੇ ਪੈਕੇਜ ਜਿਹਾ ਬਣਾ ਕੇ ਲਿਆਇਆ ਆਪਣੇ ਇੰਟਰਪ੍ਰੀਟਰ ਤੋਂ ਫੜ ਕੇ ਕਹਿੰਦਾ ਸੱਦਾ ਆ ਫਾਈਲ ਕਰ ਦੋ। ਡੈਡਲਾਈਨ ਵਾਲੇ ਦਿਨ ਆ ਗਿਆ, ਵਿੱਚ ਫ਼ੋਨ ਚੱਕਣਾ ਛੱਡ ਦਿੱਤਾ ਸੀਗਾ। ਹੂੰ। ਤੇ ਜਿੱਦਾਂ ਡੈਡਲਾਈਨ ਹੁੰਦੀ ਨਾ ਉਹਨੂੰ ਸੀਗਾ ਕਰਦੇ। ਮੈਂ ਕਿਹਾ ਇਹ ਨਹੀਂ ਫਾਈਲ ਹੋਣਾ ਭਾਈ ਆਪਣੇ ਆਫਿਸ ਤੋਂ, ਏਦਾਂ ਦੀ ਚੀਜ਼ ਹੂੰ। ਨਹੀਂ ਹੋ ਸਕਦੀ, ਇਹ ਤਾਂ ਫਰਾਡ ਆ। ਮੈਂ ਕਿਹਾ ਇਹਨੂੰ ਦੱਸ ਦੇ, ਮੈਂ ਸਵਾਲ ਪੁੱਛੂੰਗਾ ਕੀ ਹੈਗੇ ਤੇਰੇ, ਜੇ ਤਾਂ ਉਹ ਬੇਸਿਕਲੀ ਮੈਂ ਤਾਂ ਸਵਾਲ ਪੁੱਛਾਂ, ਉਹਨੂੰ ਲਿਟਰਲੀ ਲੱਗਿਆ ਕਿ ਯਾਰ ਇਹਨੂੰ ਕੁਛ ਪਤਾ ਨਹੀਂ, ਕਿਤੋਂ ਨਾ ਪੈਸੇ ਦੇ ਕੇ ਬਣਵਾ ਕੇ ਲਿਆਇਆ। ਓਕੇ। ਹਾਂ, ਤੇ ਫੇਰ ਜਿਹੜਾ ਸੀਗਾ ਆਪਣਾ ਕਹਿੰਦਾ ਕਰ। ਮੈਂ ਕਿਹਾ ਏਦਾਂ ਥੋੜ੍ਹਾ ਨਾ ਇਹ, ਮੈਂ ਕਿਹਾ ਕਿ ਵਕੀਲ ਵਾਲਾ ਕੰਮ ਆ ਕੋਈ, ਇਹ ਥੋੜ੍ਹਾ ਨਾ ਕਿ ਤੇਰੇ ਉਹ ਨੌਕਰ ਲੱਗੇ ਆ ਕਿ ਜਿੱਥੇ ਤੂੰ ਲਿਆ ਕੇ ਪੈਕੇਜ ਦੇ ਦਿੱਤਾ ਉੱਥੇ ਫਾਈਲ ਹੋ ਜਾਣਾ ਹੈ ਨਾ। ਸੋ ਕੀ ਸੀਗਾ ਕਿ ਆਪਣੇ ਆਫਿਸ ਜਿੱਦਾਂ ਆਪਾਂ ਹੁਣ ਤੁਸੀਂ ਪੁਰਾਣੇ ਵੀ ਸ਼ੋਅ ਸੁਣੋ, ਕਦੀ ਵੀ ਨਹੀਂ ਨੈਵਰ ਕਿ ਇੰਟਰਪ੍ਰੀਟਰ ਵਿਚੋਲੇ ਕਿਸੇ ਨੂੰ ਵੜਨ ਦਿੱਤਾ ਹੋਵੇ। ਬੜੇ ਬੰਦੇ ਸੀਗੇ, ਹੁਣ ਆਪਣੇ ਨਾਲ ਕਿਉਂ ਨਹੀਂ ਕੋਈ ਜੁੜਿਆ ਵਿਚੋਲਾ, ਠੀਕ ਆ। ਜਦੋਂ ਮੈਂ ਕੰਮ ਖੋਲਣਾ ਸੀ ਉਦੋਂ ਵੀ ਆ ਕੇ ਬਈ ਮੈਂ ਕੇਸ ਲੈ ਕੇ ਆਊਂਗਾ, ਮੈਨੂੰ ਕਮਿਸ਼ਨ ਦੇ ਦਿਓ, ਏਦਾਂ ਕਰ ਦਿਓ, ਓਦਾਂ ਕਰ ਦਿਓ। ਮੈਂ ਕਿਹਾ ਕੋਈ ਕਮਿਸ਼ਨ ਕੁਮਿਸ਼ਨ ਨਹੀਂ, ਭੱਜੋ ਸਾਰੇ, ਠੀਕ ਆ। ਤੁਹਾਡੀ ਲੋੜ ਹੀ ਨਹੀਂ। ਮੈਂ ਕਿਹਾ ਤੁਸੀਂ ਤਾਂ ਜਿਹੜਾ ਬੇੜਾ ਗਰਕ ਕੀਤਾ ਕਮਿਊਨਿਟੀ ਦਾ, ਉਰ ਕੇ ਜੇ ਏਦਾਂ ਦੀ ਚੀਜ਼ ਹੁੰਦੀ ਤੁਹਾਡੇ ਵਰਗੇ ਬੰਦੇ ਵਿੱਚੋਂ ਕੱਢ ਦਿਓ, ਇਹ ਤਾਂ ਚੀਜ਼ ਹੋਣੀ ਨਹੀਂ ਚਾਹੀਦੀ ਸੀਗੀ। ਸੋ ਹੁਣ ਕੀ ਆ ਕਿ ਪ੍ਰੋਬਲਮ ਇੱਥੇ ਪੈ ਜਾਂਦੀ ਹੈ ਕਿ ਜਿਹੜੇ ਇਹ ਇੰਟਰਪ੍ਰੀਟਰ ਹੁੰਦੇ ਆ, ਠੀਕ ਆ। ਮੈਂ ਕਿਹਾ ਤੂੰ ਭਾਈ ਆਹ ਲੈ ਜਾ, ਆਹ ਚੱਕ ਆਪਣਾ ਪਾਰਸ਼ੀਅਲ ਰੀਫੰਡ ਤੇ ਵਕੀਲ-ਵਕੂਲ ਹੋਰ ਕਰ, ਜਿਹੜਾ ਪੈਕੇਜ ਤੇਰੇ ਲਾ ਦਊਗਾ ਅੱਗੇ, ਖੁਸ਼ੀ-ਖੁਸ਼ੀ ਲਾਊਗਾ। ਹੂੰ। ਜੇ ਮੈਂ ਕਿਹਾ ਕਵੇਂ ਤਾਂ ਮੈਂ ਨਾਮ ਵੀ ਦੱਸ ਦਿੰਨਾ 3-4। ਹੂੰ। ਜੇ ਮੈਂ ਕਿਹਾ ਕਵੇਂ ਮੈਂ ਤੈਨੂੰ ਨਾਂ ਵੀ ਦੱਸ ਦਿੰਨਾ ਜਿੰਨੇ ਘੰਟੇ 'ਚ ਤੇਰੇ ਲਾ ਦੇਣਾ ਵਾ। ਠੀਕ ਆ। ਇਹ ਹੁਣ ਕੀ ਆ ਕਿ ਇਹ ਸਾਰੀਆਂ ਹੈਗੀਆਂ ਪਬਲਿਕ ਇਨਫੋਰਮੇਸ਼ਨ ਸਾਰਿਆਂ ਨੂੰ ਕਿ ਕਿਹਦਾ ਆਫਿਸ ਕਿੱਦਾਂ ਵਾ, ਕੀ ਕੰਮ ਕਰਦਾ ਵਾ। ਇਹ ਪਬਲਿਕ ਇਨਫੋਰਮੇਸ਼ਨ ਆ। 4 ਸਾਲ ਹੋ ਗਏ ਸਾਨੂੰ ਵਾਹ-ਵਾਹ ਦੀ ਗੱਲ ਕਰਦੇ ਇਹਦੇ, ਪਰ ਇਹ ਆ ਕਿ ਹੁਣ ਲੋਕੀ ਵੀ ਨਹੀਂ ਨਾ ਹਟਦੇ। ਕੇਸ ਫੇਲ ਹੋਇਆ, ਝੂਠੇ ਵਾਹ-ਵਾਹ, ਝੂਠੇ ਵਕੀਲ, ਝੂਠੇ ਵਿਆਹਾਂ ਦੇ ਪੈਕੇਜ ਕਰਦੇ ਆ ਕੰਮ, ਤਾਂ ਹੀ ਅਗਲੇ ਸਰਵਿਸਾਂ ਏਦਾਂ ਦੀਆਂ ਜਿਹੜੇ ਦੂਜੇ ਹੈਗੇ ਆ ਉਹ ਪ੍ਰੋਵਾਈਡ ਕਰਦੇ ਆ। ਜੇ ਕਮਿਊਨਿਟੀ 'ਚ ਹੈਗਾ ਉਹ ਚੀਜ਼ ਤਾਂ ਹੀ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ। ਸੋ ਹੁਣ ਕੀ ਸੀਗਾ ਕਿ ਪੈਕੇਜ ਜਿਹੜੇ ਬਣਾਏ ਹੋਏ ਆ ਤੇ ਅੱਧੇ ਕੁ ਤਾਂ ਜਿਹੜੇ ਜਨਤਾ ਸੀਗੀ ਉਹ ਉਦਾਂ ਹੀ ਕਿ ਨਹੀਂ ਯਾਰ ਇਹਨੇ ਸਵਾਲ ਪੁੱਛ ਲੈਣੇ ਆ, ਵਕੀਲ ਮਾੜਾ ਵਾ, ਇਹਨੂੰ ਵਕੀਲ ਨੂੰ ਮਾੜੇ ਨਾ ਕਰੋ। ਹੁਣ ਮੈਂ ਜਿੱਦਾਂ ਦੱਸਿਆ ਜਦੋਂ ਟਰੰਪ ਆ ਗਿਆ ਨਾ, ਉਹ ਕਹਿੰਦੀ ਰਿਸੈਪਸ਼ਨਿਸਟ ਕਹਿੰਦੀ ਲਾਈਨਾਂ ਨਹੀਂ ਟੁੱਟਣ ਦੀਆਂ। ਉਹ ਕਹਿੰਦੇ ਕਿ ਯਾਰ ਵਕੀਲਾਂ ਦਾ ਡਰ ਪੈ ਗਿਆ ਆਪਣਿਆਂ ਦਾ, ਕਿ ਪੈਕੇਜ ਵਾਲੇ ਜਿਹੜੇ ਵਕੀਲ ਆ ਟੈਨਸ਼ਨ ਪੈ ਗਈ ਹੁਣ ਉਹਨਾਂ ਨੂੰ ਕਿ ਇਹਦੀ ਇਨਵੈਸਟੀਗੇਸ਼ਨ ਹੋਈ ਹੋਵੇ, ਸਾਰਿਆਂ ਦੀਆਂ ਸੇਮ ਜਿਹੜੀਆਂ ਚੀਜ਼ਾਂ ਨਿਕਲੀਆਂ। ਜਿਹੜਾ ਇੰਟਰਪ੍ਰੀਟਰ ਆ ਉਹਦਾ ਕੀ ਕੰਮ ਆ? ਉਹਨੇ ਤਾਂ ਤੁਹਾਡੇ ਜਿਹੜਾ ਕਿਸੇ ਹੋਰ ਦੀ ਚੀਜ਼ ਸੀਗੀ ਤੁਹਾਨੂੰ ਚੇਪ ਦੇਣੀ, ਕੁਛ ਕਰ ਦੇਣਾ। ਉਹਨੇ ਕਿਹੜਾ ਐਥੀਕਲੀ ਜਿਹੜਾ ਕੋਈ ਕੰਮ ਕਰਨਾ, ਠੀਕ ਹੈ। ਸੋ ਉਹ ਕੀ ਸੀਗਾ ਕਿ ਹੁਣ ਡਰ ਜਿਹੜਾ ਪੈ ਗਿਆ। ਜੀ। ਪਹਿਲਾਂ ਜਿਹੜੇ ਉਹੀ ਸੀਗੀ ਇਹ ਚੀਜ਼ ਕਿ ਲੈ ਯਾਰ ਇਹਨੇ ਬਰੀਫਿੰਗ ਦੇ ਪੈਸੇ ਲੈ ਲਏ, ਏਦਾਂ-ਏਦਾਂ ਨਾ ਜਿਹੜੀ ਨੈਗੇਟਿਵਿਟੀ ਸੀਗੀ, ਹੁਣ ਸੈੱਟ ਹੋ ਗਿਆ। ਮੈਂ ਕਿਹਾ ਰਿਸੈਫੇ ਮੈਂ ਕਹਿਣਾ ਸੀ ਅੱਗੋਂ ਦੀ ਕਿ ਆਪਣਾ ਏਦਾਂ ਵਾ ਕਿ ਜਿਹੜੀ ਆ ਬਰੀਫਿੰਗਸ ਦਾ ਉਹ ਕਹਿੰਦਾ ਨਹੀਂ-ਨਹੀਂ ਜਿੰਨੀ ਮਰਜ਼ੀ ਫੀਸ ਹੋਵੇ ਫੜੋ ਤੇ ਸਾਨੂੰ ਜਿਹੜਾ ਬਚਾਓ ਕੰਮ ਤੋਂ, ਹਨਾ। ਮਤਲਬ ਕਿ ਇਹ ਅਜੇ ਕੰਮ ਸ਼ੁਰੂ ਹੀ ਨਹੀਂ ਹੋਇਆ, ਅਜੇ ਪ੍ਰੋਗਰਾਮ ਅਨਾਉਂਸ ਹੋਣੇ ਸ਼ੁਰੂ ਹੋਏ ਆ। ਮੈਂ ਤੁਹਾਨੂੰ ਤਾਂ ਗੱਲ ਕਹਿ ਰਿਹਾ ਕਿ ਲੋਕੀ ਜਿਹੜੇ ਸੀਗੇ ਉਹ ਕਹਿੰਦੇ ਯਾਰ ਮੈਂ ਕਿਉਂ ਫਸਾਂ ਬਿਲਕੁਲ, ਬਿਲਕੁਲ। ਕੰਧ ਦੇ ਵਿੱਚ, ਮੈਂ ਕਿਉਂ ਫਸਾਂ ਜੇ ਹੁਣ ਅਗਲੀ ਮਰਜ਼ੀ ਤੁਹਾਡੀ ਆ ਨਾ, ਹੁਣ ਕਿੱਦਾਂ ਵਾ ਆਨਲਾਈਨ ਜੋ ਮਰਜ਼ੀ ਕਹੋ, ਪਰ ਐਂਡ ਆਫ ਦਾ ਡੇ ਇਹ ਹੈ ਕਿ ਜਦੋਂ ਪੈਕੇਜ ਵਕੀਲ ਤੇ ਪੈਕੇਜ ਇੰਟਰਪ੍ਰੀਟਰ ਜਦੋਂ ਇਨਵੈਸਟੀਗੇਟ ਹੋਣ ਲੱਗੇ ਉਦੋਂ ਕੀ ਕਰੋਗੇ? ਠੀਕ ਆ। ਆਪਣੇ ਕੋਲ ਹੁਣ ਕੱਲੇ-ਕੱਲੇ ਬੰਦੇ ਦਾ ਹਰੇਕ ਚੀਜ਼ ਜਿਹੜੀ ਰਿਕਾਰਡਡ ਆ, ਸਿਸਟਮ ਹਰੇਕ ਚੀਜ਼ ਕਿ ਕਿੱਦਾਂ ਕਿਹਦੇ ਕੀ ਬਣਾਇਆ, ਹਰੇਕ ਬੰਦਾ ਜਿਹੜਾ ਸਾਹਮਣੇ ਰੱਖ ਕੇ ਉਹ ਆ। ਪੈਕੇਜ ਵਾਲੇ ਵਕੀਲਾਂ ਦਾ ਕੀ ਕਰੋਗੇ? ਠੀਕ ਹੈ। ਸੋ ਉਹ ਚੀਜ਼ ਆ ਜਿਹੜੀ ਐਂਟੀ ਫਰਾਡ ਜਿਹੜੇ ਸੀਗੇ, ਗੱਲ ਪਹਿਲਾਂ ਵੀ ਉਹੀ ਸੀ। ਪਹਿਲਾਂ ਥੋੜੇ ਮਿੱਠੇ ਤਰੀਕੇ ਨਾਲ ਕਹਿ ਦਈਦੀ ਸੀਗੀ, 4 ਬੰਦੇ ਸਾਡੀਆਂ ਲੱਤਾਂ ਖਿੱਚ ਲੈਂਦੇ ਸੀਗੇ ਕਿ ਯਾਰ ਠੀਕ ਆ, ਐਵੇਂ ਬੋਲੀ ਜਾਂਦੇ ਆ, ਡਰਾਈ ਜਾਂਦੇ ਆ ਕਿੱਦਾਂ। ਹੁਣ ਚੀਜ਼ ਤੁਹਾਡੇ ਸਾਹਮਣੇ ਆ ਸਾਰਿਆਂ ਦੇ। ਇਹ ਫ਼ਰਕ ਆ ਬਸ। ਬਿਲਕੁਲ।